वाहिगुरू जी का खालसा वाहिगुरू जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ मेरे ਮਨਿੰਦਰ कौर ਵੱਲੋਂ प्यार भरी सत श्री अकाल। किताब सिखां दी सिद्धांतक घेराबंदी भाग 6वां पन्ना नंबर 120। प्रोफैसर बिपिन चंद्र दा राष्ट्रवादी गीता उपदेश। ਸਥਾਪਤੀ ਪੱਖੀ बुद्धिजीवी विरोधी विचारां ਨੂੰ ਬਦਨਾਮ ਕਰਨ ਵਿੱਚ ਮਾਹਰ ਹੁੰਦੇ ਹਨ। ਉਹ मूल रूप ਵਿੱਚ ਰਾਜਸੀ ਦਰੋਗੇ ਹੁੰਦੇ ਹਨ। ਉਹ ਵਿਚਾਰਧਾਰਕ ਸਰਬਰਾਹ ਹੁੰਦੇ ਹਨ ਅਤੇ ਵਿਰੋਧੀ ਵਿਚਾਰਾਂ ਵਾਲੇ ਲੋਕਾਂ ਕੋਲੋਂ ਭਾਰੀ ਖਤਰਾ ਮਹਿਸੂਸ ਕਰਦੇ ਹਨ। ਨੋਮ ਚੋਮਸਕੀ। 1978 ਦੀ ਖੂਨੀ ਵਿਸਾਖੀ ਨੇ ਸਿੱਖਾਂ ਦੀ ਸੁਰਤ ਨੂੰ ਅਜਿਹਾ ਹਲੂਣਾ ਦੇ ਦਿੱਤਾ ਸੀ ਕਿ ਉਹਨਾਂ ਅੰਦਰ ਆਪਣੀ ਨਿਆਰੀ ਹਸਤੀ ਦਾ ਜਜ਼ਬਾ ਜੋ ਕੁਝ ਕਾਰਨਾਂ ਕਰਕੇ ਕਾਫੀ ਕਮਜ਼ੋਰ ਪੈ ਗਿਆ ਸੀ, ਪੂਰੇ ਜ਼ੋਰ ਨਾਲ ਮੁੜ ਪ੍ਰਗਟ ਹੋ ਉੱਠਿਆ ਸੀ। ਹਿੰਦੂ ਹੁਕਮਰਾਨ ਵਰਗਾਂ ਵੱਲੋਂ ਇਸ ਨੂੰ ਬੰਨ ਮਾਰਨ ਦੇ ਸਾਰੇ ਯਤਨ ਨਾਕਾਮ ਹੋ ਗਏ ਸਨ। ਨਹਿਰੂ ਮਾਰਕਾ ਧਰਮ ਨਿਰਪੱਖਵਾਦੀਆਂ ਵੱਲੋਂ ਇਸ ਰੁਝਾਨ ਉੱਤੇ ਖਫਾ ਹੋਣਾ ਸੁਭਾਵਕ ਸੀ, ਪਰ ਜਿਹੜੀ ਗੱਲ ਨੇ ਉਹਨਾਂ ਅੰਦਰ ਤਿੱਖੀ ਘਬਰਾਹਟ ਪੈਦਾ ਕੀਤੀ ਉਹ ਇਹ ਸੀ ਕਿ ਪੰਜਾਬ ਦੇ ਕੁਝ ਕੁ ਨਾਮਵਰ ਖੱਬੇ ਪੱਖੀ ਬੁੱਧੀਜੀਵੀਆਂ ਨੇ ਸਿੱਖ ਸੰਘਰਸ਼ ਦਾ ਅੰਨ੍ਹੇਵਾਹ ਵਿਰੋਧ ਕਰਨ ਵਾਲੀ ਰਵਾਇਤੀ ਖੱਬੇ ਪੱਖੀ ਪਹੁੰਚ ਨੂੰ ਸ਼ੱਕ ਤੇ ਪੜਚੋਲ ਦੀ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਬੁੱਧੀਜੀਵੀਆਂ, ਸਮਾਜ ਸ਼ਾਸਤਰੀਆਂ ਅਤੇ ਲੇਖਕਾਂ, ਸਾਹਿਤਕਾਰਾਂ ਤੇ ਕੁਝ ਕੁ ਨਕਸਲੀ ਜਥੇਬੰਦੀਆਂ ਨੇ ਨਾ ਸਿਰਫ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ, ਬਲਕਿ ਉਹਨਾਂ ਵਿੱਚੋਂ ਕੁਝ ਨੇ ਇਸ ਹਮਲੇ ਦੇ ਪਿੱਛੇ ਕੰਮ ਕਰਦੇ ਭਾਰਤੀ ਹਾਕਮ ਵਰਗਾਂ ਦੇ ਸਿਧਾਂਤਕ ਨਜ਼ਰੀਏ ਤੇ ਰਾਜਸੀ ਮਨੋਵੇਗ ਨੂੰ ਗਹਿਰਾਈ ਵਿੱਚ ਜਾ ਕੇ ਸਮਝਣ ਅਤੇ ਇਸ ਵਿਰੁੱਧ ਸਿਧਾਂਤਕ ਪੈਂਤੜਾ ਮੱਲਣ ਦੀ ਸੁਲੱਖਣੀ ਪਹੁੰਚ ਅਪਣਾ ਲਈ ਸੀ। ਕ੍ਰਿਡ ਦੇ ਸੰਚਾਲਕਾਂ ਨੂੰ ਇਸ ਰੁਝਾਨ ਉੱਤੇ ਖਾਸ ਤੌਰ ਤੇ ਵੱਧ ਘਬਰਾਹਟ ਤੇ ਭੜਕਾਹਟ ਹੋਈ। ਇਸ ਨਾਲ ਉਹਨਾਂ ਨੂੰ ਆਪਣਾ ਸਾਰਾ ਸੁਪਨਾ ਚਕਨਾਚੂਰ ਹੁੰਦਾ ਦਿਖਾਈ ਦੇਣ ਲੱਗਾ। ਇਸ ਕਰਕੇ ਉਹਨਾਂ ਨੇ ਇਸ ਰੁਝਾਨ ਦੀ ਰੋਕਥਾਮ ਕਰਨ ਲਈ ਇੱਕਦਮ ਤਿੱਖੀ ਸਿਧਾਂਤਕ ਸਰਗਰਮੀ ਆਰੰਭ ਦਿੱਤੀ। ਉਹਨਾਂ ਨੇ ਇਸ ਪੁੰਗਰ ਰਹੇ ਰੁਝਾਨ ਦੇ ਖਿਲਾਫ ਇੱਕ ਤਰ੍ਹਾਂ ਨਾਲ ਸਿਧਾਂਤਕ ਜਹਾਦ ਛੇੜ ਦਿੱਤਾ, ਜਿਸ ਦੀ ਕਮਾਨ ਇੱਕ ਨਾਮਵਰ ਪੰਜਾਬੀ ਹਿੰਦੂ ਤੇ ਖੱਬੇ ਪੱਖੀ ਵਿਦਵਾਨ ਪ੍ਰੋਫੈਸਰ ਬਿਪਨ ਚੰਦਰ ਨੇ ਸੰਭਾਲੀ। ਉਸਨੇ ਪੰਜਾਬ ਅੰਦਰ ਅਲੱਗ-ਅਲੱਗ ਥਾਵਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ ਤੇ ਚੰਡੀਗੜ੍ਹ ਆਦਿ ਤੇ ਪਹੁੰਚ ਕੇ ਉਚੇਚੇ ਭਾਸ਼ਣ ਦਿੱਤੇ, ਜਿਨ੍ਹਾਂ ਵਿੱਚ ਸਿੱਖ ਸੰਘਰਸ਼ ਦੇ ਸੰਦਰਭ ਵਿੱਚ ਪੰਜਾਬ ਦੇ ਕੁਝ ਖੱਬੇ ਪੱਖੀ ਚਿੰਤਕਾਂ ਦੀ ਸਿਧਾਂਤਕ ਧੜਕਣ ਉੱਤੇ ਨਿਸ਼ਾਨਾ ਸੇਧਦੇ ਹੋਏ ਨਹਿਰੂ ਮਾਰਕਾ ਸੈਕੂਲਰਿਜ਼ਮ ਦੀਆਂ ਬੁਨਿਆਦੀ ਸਥਾਪਨਾਵਾਂ ਦੀ ਭਰਵੀਂ ਤੇ ਸੁਰੀਲੀ ਵਿਆਖਿਆ ਕੀਤੀ ਗਈ, ਤਾਂ ਜੋ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਤੇ ਸਮਾਜੀ ਕਾਰਕੁਨਾਂ ਨੂੰ ਸਿੱਖ ਸੰਘਰਸ਼ ਦੇ ਵਿਰੋਧ ਵਿੱਚ ਅਸਰਦਾਰ ਰੂਪ ਵਿੱਚ ਲਾਮਬੰਦ ਕੀਤਾ ਜਾ ਸਕੇ। ਇਸ ਸਿੱਖ ਵਿਰੋਧੀ ਮੁਹਿੰਮ ਵਿੱਚ ਪ੍ਰੋਫੈਸਰ ਬਿਪਨ ਚੰਦਰ ਦੇ ਇੱਕ ਸ਼ਾਗਿਰਦ ਭਗਵਾਨ ਜੋਸ਼ ਨੇ ਉਸ ਦਾ ਸਰਗਰਮੀ ਨਾਲ ਹੱਥ ਵਟਾਇਆ ਸੀ। ਉਸਨੇ ਆਪਣੇ ਭਾਸ਼ਣਾਂ ਤੇ ਅਖਬਾਰਾਂ ਤੇ ਰਸਾਲਿਆਂ ਵਿੱਚ ਲੇਖਾਂ ਟਿੱਪਣੀਆਂ ਰਾਹੀਂ ਭਾਰਤੀ ਕੌਮ ਦੀ ਉਸਾਰੀ ਦੇ ਪ੍ਰੋਜੈਕਟ ਦੀ ਪੁਰਜ਼ੋਰ ਤੇ ਪੁਰਜੋਸ਼ ਪੈਰਵਾਈ ਕੀਤੀ। 1983 ਵਿੱਚ ਡਾਕਟਰ ਅਤਰ ਸਿੰਘ ਨੇ ਇੱਕ ਅਖਬਾਰੀ ਲੇਖ ਅੰਦਰ ਸਿੱਖ ਸਮੱਸਿਆ ਦੀ ਚਰਚਾ ਕਰਦਿਆਂ ਭਾਰਤ ਅੰਦਰ ਵੱਖ-ਵੱਖ ਕੌਮੀਅਤਾਂ ਦੀ ਹਕੀਕਤ ਨੂੰ ਤਸਲੀਮ ਕੀਤਾ ਸੀ ਅਤੇ ਭਾਰਤੀ ਹੁਕਮਰਾਨਾਂ ਉੱਤੇ ਇਹਨਾਂ ਕੌਮੀਅਤਾਂ ਦੇ ਮਸਲਿਆਂ, ਉਮੰਗਾਂ ਤੇ ਭਾਵਨਾਵਾਂ ਪ੍ਰਤੀ ਵਾਜਬ ਪਹੁੰਚ ਨਾ ਅਪਣਾਉਣ ਦਾ ਹਲਕਾ ਜਿਹਾ ਇਤਰਾਜ਼ ਪ੍ਰਗਟ ਕੀਤਾ ਸੀ। ਭਗਵਾਨ ਜੋਸ਼ ਨੇ ਰਾਸ਼ਟਰਵਾਦੀ ਜੋਸ਼ ਵਿੱਚ ਆ ਕੇ ਫੌਰੀ ਤੌਰ ਤੇ ਅਤਰ ਸਿੰਘ ਦੇ ਇਸ ਲੇਖ ਦੇ ਜਵਾਬ ਵਿੱਚ ਉਸੇ ਹੀ ਅਖਬਾਰ ਵਿੱਚ ਇੱਕ ਤੇਜ਼ ਤਰਾਰ ਲੇਖ ਲਿਖਿਆ ਸੀ, ਜਿਸ ਵਿੱਚ ਉਸਨੇ ਭਾਰਤ ਅੰਦਰ ਵੱਖ-ਵੱਖ ਕੌਮੀਅਤਾਂ ਦੀ ਹੋਂਦ ਦੇ ਦਾਅਵੇ ਦਾ ਹੋਛੇ ਅੰਦਾਜ਼ ਵਿੱਚ ਮਖੌਲ ਉਡਾਉਣ ਦਾ ਯਤਨ ਕੀਤਾ ਸੀ। ਖੱਬੇ ਪੱਖ ਦਾ ਅੰਦਰੂਨੀ ਸੰਕਟ। ਸਿੱਖ ਮਸਲੇ ਬਾਰੇ ਰਵਾਇਤੀ ਖੱਬੇ ਪੱਖੀ ਪਹੁੰਚ ਨੂੰ ਪੜਚੋਲਵੀਂ ਦ੍ਰਿਸ਼ਟੀ ਨਾਲ ਵੇਖਣ ਵਾਲੇ ਪੰਜਾਬੀ ਮਾਰਕਸਵਾਦੀ ਚਿੰਤਕਾਂ ਦੀਆਂ ਮੁੱਖ ਧਾਰਨਾਵਾਂ ਇਹ ਸਨ। ਪਹਿਲੀ, ਸਿੱਖ ਭਾਈਚਾਰੇ ਅੰਦਰ ਪ੍ਰਗਟ ਹੋਈ ਬੇਚੈਨੀ ਅਕਾਰਨ ਜਾਂ ਖਿਲਾਅ ਵਿੱਚੋਂ ਪੈਦਾ ਨਹੀਂ ਹੋਈ, ਇਸ ਦਾ ਠੋਸ ਮਾਦੀ ਆਧਾਰ ਹੈ ਜਿਸ ਨੂੰ ਸਮਝੇ ਬਗੈਰ ਇਸ ਹਾਲਤ ਅੰਦਰ ਸੁਧਾਰ ਨਹੀਂ ਲਿਆਂਦਾ ਜਾ ਸਕਦਾ। ਦੂਜਾ, ਸਿੱਖਾਂ ਦੀਆਂ ਕੁਝ ਮੰਗਾਂ, ਸ਼ਿਕਵੇ ਤੇ ਸੰਸੇ ਵਾਜਬ ਹਨ, ਜਿਨ੍ਹਾਂ ਨੂੰ ਅੰਨ੍ਹੇਵਾਹ ਰੱਦ ਕਰਨ ਦੀ ਬਜਾਏ ਹਮਦਰਦੀ ਦੀ ਭਾਵਨਾ ਨਾਲ ਸਮਝਿਆ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਤੀਜਾ, ਸਮੱਸਿਆ ਮੂਲ ਰੂਪ ਵਿੱਚ ਰਾਜਸੀ ਹੈ, ਜਿਸ ਦੀ ਤਹਿ ਹੇਠਾਂ ਆਰਥਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਤੱਥ ਕਿਰਿਆਸ਼ੀਲ ਹਨ। ਇਸ ਕਰਕੇ ਠੋਸ ਮਾਦੀ ਕਾਰਨਾਂ ਵਿੱਚੋਂ ਪੈਦਾ ਹੋਈ ਹਾਲਤ ਨੂੰ ਸਰਕਾਰੀ ਜਬਰ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਇਸ ਨੂੰ ਰਾਜਸੀ ਪੱਧਰ ਤੇ ਹੱਲ ਕਰਨ ਦੀ ਜਮਹੂਰੀ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਚੌਥਾ, ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਜ਼ਖਮੀ ਹੋਈਆਂ ਹਨ। ਇਸ ਕਰਕੇ ਇਹਨਾਂ ਜ਼ਖਮਾਂ ਉੱਤੇ ਹੋਰ ਵੱਧ ਲੂਣ ਛਿੜਕਣ ਦੀ ਥਾਵੇਂ ਇਹਨਾਂ ਉੱਤੇ ਮੱਲਮ ਲਾਉਣ ਦੇ ਹਾਂਦਰੂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਪੰਜਵਾਂ, ਬਹੁਗਿਣਤੀ ਵਰਗ ਤੇ ਘੱਟ ਗਿਣਤੀ ਵਰਗਾਂ ਦੇ ਫਿਰਕੂਪੁਣੇ ਵਿਚਕਾਰ ਯੋਗ ਨਿਖੇੜਾ ਕਰਨਾ ਚਾਹੀਦਾ ਹੈ। ਦੋਵਾਂ ਨੂੰ ਇੱਕੋ ਪਲੜੇ ਵਿੱਚ ਰੱਖ ਕੇ ਤੋਲਣਾ ਸਿਧਾਂਤਕ ਪੱਖੋਂ ਦਰੁਸਤ ਤੇ ਉਚਿਤ ਨਹੀਂ। ਛੇਵਾਂ, ਭਾਰਤ ਇੱਕ ਬਹੁਕੌਮੀ ਦੇਸ਼ ਹੈ, ਜਿਸ ਕਰਕੇ ਸਭਨਾਂ ਕੌਮੀਅਤਾਂ ਦੇ ਸੁਤੰਤਰ ਤੇ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਣ ਲਈ ਦੇਸ਼ ਦਾ ਰਾਜਕੀ ਢਾਂਚਾ ਇੱਕਵਾਦੀ ਨਹੀਂ ਫੈਡਰਲ ਹੋਣਾ ਚਾਹੀਦਾ ਹੈ। ਆਦਿ ਆਦਿ। ਪੰਜਾਬ ਦੇ ਖੱਬੇ ਪੱਖੀ ਕਾਰਕੁਨਾਂ ਉੱਤੇ ਇਹਨਾਂ ਸਿਧਾਂਤਕ ਧਾਰਨਾਵਾਂ ਦਾ ਵੱਧ ਜਾਂ ਘੱਟ ਅਸਰ ਉਹਨਾਂ ਦੀ ਸਿੱਖ ਵਿਰੋਧੀ ਸਰਗਰਮੀ ਦਾ ਰਾਹ ਰੋਕਦਾ ਸੀ। ਇਸ ਕਰਕੇ ਕ੍ਰਿਡ ਦੇ ਸੰਚਾਲਕਾਂ ਨੇ ਖੱਬੇ ਪੱਖੀ ਕਾਰਕੁਨਾਂ ਦੇ ਦਿਮਾਗਾਂ ਨੂੰ ਇਸ ਸਿਧਾਂਤਕ ਗੰਦਲ ਚੌਂਦ ਤੋਂ ਸੁਰਖਰੂ ਕਰਨ ਦਾ ਤਰਜੀਹੀ ਕਾਰਜ ਮਿਥਿਆ। 19 ਅਗਸਤ 1984 ਨੂੰ ਪੰਜਾਬ ਦੀਆਂ ਕੁਝ ਨਕਸਲੀ ਜਥੇਬੰਦੀਆਂ ਨੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਮਸਲੇ ਬਾਰੇ ਵਿਚਾਰ ਚਰਚਾ ਕਰਨ ਲਈ ਇੱਕ ਕਨਵੈਨਸ਼ਨ ਬੁਲਾਈ ਸੀ, ਜਿਸ ਵਿੱਚ ਜ਼ਿਆਦਾਤਰ ਬੁਲਾਰਿਆਂ ਨੇ ਭਾਵੇਂ ਅਕਾਲੀ ਪਾਰਟੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਨੂੰ ਫਿਰਕੂ ਗਰਦਾਨਦਿਆਂ ਹੋਇਆਂ ਇਸ ਨਾਲੋਂ ਤਿੱਖਾ ਨਿਖੇੜਾ ਕੀਤਾ ਸੀ, ਪਰ ਇਸ ਦੇ ਨਾਲ ਹੀ ਉਹਨਾਂ ਨੇ ਸਿੱਖ ਮਸਲੇ ਦੇ ਸੰਦਰਭ ਵਿੱਚ ਭਾਰਤੀ ਹਾਕਮਾਂ ਦੀਆਂ ਫਿਰਕੂ ਨੀਤੀਆਂ ਤੇ ਕਾਰਵਾਈਆਂ ਦੀ ਬੇਲਿਹਾਜ਼ ਪੜਚੋਲ ਕੀਤੀ ਸੀ ਅਤੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਸਮੇਤ ਸਿੱਖ ਭਾਈਚਾਰੇ ਦੇ ਖਿਲਾਫ ਵਿੱਢੀ ਗਈ ਸਰਕਾਰੀ ਜ਼ਬਰ ਦੀ ਮੁਹਿੰਮ ਦਾ ਵਿਰੋਧ ਕੀਤਾ ਸੀ। ਕ੍ਰਿਡ ਨੇ ਖੱਬੇ ਪੱਖੀ ਕਾਰਕੁਨਾਂ ਨੂੰ ਸਹੀ ਲੀਹ ਉੱਤੇ ਲਿਆਉਣ ਦੇ ਇਰਾਦੇ ਨਾਲ ਉਸ ਕਨਵੈਨਸ਼ਨ ਵਿੱਚ ਕ੍ਰਿਡ ਵਿਚਾਰ ਮੰਚ ਦੇ ਫਰਜ਼ੀ ਨਾਂ ਹੇਠ ਇੱਕ ਹੱਥ ਪਰਚਾ ਛਾਪ ਕੇ ਵੰਡਿਆ ਸੀ, ਜਿਸ ਵਿੱਚ ਮੁੱਖ ਜ਼ੋਰ ਫਿਰਕਾ ਪ੍ਰਸਤੀ ਬਾਰੇ ਪ੍ਰੋਫੈਸਰ ਬਿਪਨ ਚੰਦਰ ਦੀਆਂ ਸਿਧਾਂਤਕ ਧਾਰਨਾਵਾਂ ਦੀ ਰੌਸ਼ਨੀ ਵਿੱਚ ਸਿੱਖ ਫਿਰਕਾ ਪ੍ਰਸਤੀ ਨੂੰ ਨਿੰਦਣ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨੂੰ ਵਾਜਿਬ ਠਹਿਰਾਉਣ ਉੱਤੇ ਦਿੱਤਾ ਗਿਆ ਸੀ। ਇਸ ਉਦੇਸ਼ ਦੀ ਪੂਰਤੀ ਲਈ ਕ੍ਰਿਡ ਨੇ ਸਤੰਬਰ 27-29 ਵਿੱਚ ਚੰਡੀਗੜ੍ਹ ਵਿਖੇ ਇੱਕ 3 ਰੋਜ਼ਾ ਵਿਸ਼ੇਸ਼ ਸੈਮੀਨਾਰ ਕੀਤਾ, ਜਿਸ ਵਿੱਚ ਅਲੱਗ-ਅਲੱਗ ਥਾਵਾਂ ਤੋਂ ਪਹੁੰਚੇ ਨਾਮਵਰ ਵਿਦਵਾਨਾਂ ਨੇ ਸਿੱਖ ਭਾਈਚਾਰੇ ਅੰਦਰ ਪੈਦਾ ਹੋਏ ਵੱਖਵਾਦ ਦੇ ਰੁਝਾਨ ਦੇ ਮੱਦੇ-ਨਜ਼ਰ ਫਿਰਕਾ ਪ੍ਰਸਤੀ ਵਿਰੁੱਧ ਜੱਦੋ-ਜਹਿਦ ਨੂੰ ਇੱਕ ਜਨਤਕ ਲਹਿਰ ਦਾ ਰੂਪ ਦੇਣ ਦੀ ਲੋੜ ਤੇ ਤੱਦੀ ਦਰਸਾਈ। ਪ੍ਰੋਫੈਸਰ ਬਿਪਨ ਚੰਦਰ ਨੇ ਸੈਮੀਨਾਰ ਅੰਦਰ ਲੰਮਾ ਤੇ ਕ੍ਰੋਧਸ਼ਾਲੀ ਭਾਸ਼ਣ ਦਿੱਤਾ। ਉਸਨੇ ਉਹਨਾਂ ਸੈਕੂਲਰ ਤੇ ਖੱਬੇ ਪੱਖੀ ਸਿੱਖ ਬੁੱਧੀਜੀਵੀਆਂ ਉੱਤੇ ਆਪਣਾ ਗੁੱਸਾ ਕੱਢਿਆ, ਜਿਹੜੇ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਉਸਦੇ ਕਹਿਣ ਅਨੁਸਾਰ ਫਿਰਕੂ ਮਾਹੌਲ ਦੇ ਦਬਾਅ ਹੇਠ ਆ ਕੇ ਫਿਰਕੂ ਬੋਲੀ ਬੋਲਣ ਲੱਗ ਪਏ ਸਨ। ਉਸਨੇ ਖਫਾ ਹੁੰਦਿਆਂ ਕਿਹਾ ਕਿ ਚੰਗੇ ਭਲੇ ਸੈਕੂਲਰ ਲੋਕ ਵੀ ਹੁਣ ਸਿੱਖ ਪਛਾਣ ਦੀ ਗੱਲ ਕਰਨ ਲੱਗ ਪਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਫਿਰਕੂ ਵਿਚਾਰਧਾਰਾ ਸਾਡੇ ਮਨਾਂ ਅੰਦਰ ਕਿੰਨੀ ਗਹਿਰੀ ਧਸੀ ਹੋਈ ਹੈ। ਉਸਦੇ ਭਾਸ਼ਣ ਦੀ ਧਾਰ ਮੁੱਖ ਤੌਰ ਤੇ ਸਿੱਖ ਭਾਈਚਾਰੇ ਨਾਲ ਹਮਦਰਦੀ ਦੇ ਭਾਵ ਪ੍ਰਗਟਾਉਣ ਵਾਲੇ ਖੱਬੇ ਪੱਖੀ ਬੁੱਧੀਜੀਵੀਆਂ ਦੇ ਖਿਲਾਫ ਸੇਧਤ ਸੀ। ਇਹਨਾਂ ਵਿਦਵਾਨਾਂ ਦੀਆਂ ਸਿੱਖ ਮਸਲੇ ਪ੍ਰਤੀ ਉੱਪਰ ਬਿਆਨੀਆਂ ਸਿਧਾਂਤਕ ਧਾਰਨਾਵਾਂ ਦਾ ਖੰਡਨ ਕਰਨ ਲਈ ਉਸਨੇ ਆਪਣੀ ਬੌਧਿਕ ਕਲਾ ਦੇ ਭਰਪੂਰ ਜੋਹਰ ਦਿਖਾਏ। ਉਸਨੇ ਫਿਰਕਾ ਪ੍ਰਸਤੀ ਦੀ ਆਮ ਪਰਿਭਾਸ਼ਾ ਤੋਂ ਸ਼ੁਰੂ ਕਰਕੇ ਇਸ ਦੀ ਠੋਸ ਵਿਆਖਿਆ ਕਰਦਿਆਂ ਤਰਕ ਸ਼ਾਸਤਰ ਦੀਆਂ ਫਿਰਕੀਆਂ ਘੁਮਾ ਦਿੱਤੀਆਂ। ਪ੍ਰੋਫੈਸਰ ਬਿਪਨ ਚੰਦਰ ਨੇ ਫਿਰਕਾ ਪ੍ਰਸਤੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਕਿ ਇਹ ਮੂਲ ਰੂਪ ਵਿੱਚ ਇੱਕ ਵਿਚਾਰਧਾਰਾ ਹੈ, ਇੱਕ ਕਿਸਮ ਦੀ ਰਾਜਸੀ ਵਿਚਾਰਧਾਰਾ, ਜਿਸ ਵਿੱਚੋਂ ਫਿਰਕੂ ਦੰਗੇ, ਫਿਰਕੂ ਹਿੰਸਾ ਤੇ ਫਿਰਕੂ ਦਹਿਸ਼ਤਗਰਦੀ ਜਨਮ ਲੈਂਦੀ ਹੈ। ਪਰ ਕੀ ਕੋਈ ਵਿਚਾਰਧਾਰਾ ਕਿਸੇ ਮਾਦੀ ਆਧਾਰ ਤੋਂ ਬਿਨਾਂ ਜੀਵਤ ਰਹਿ ਸਕਦੀ ਜਾਂ ਫੈਲ ਪਸਰ ਸਕਦੀ ਹੈ? ਮਾਰਕਸਵਾਦੀ ਚਿੰਤਕ ਹੋਣ ਦੇ ਨਾਤੇ ਪ੍ਰੋਫੈਸਰ ਬਿਪਨ ਚੰਦਰ ਲਈ ਇਸ ਸੱਚਾਈ ਤੋਂ ਸਿੱਧੇ ਰੂਪ ਵਿੱਚ ਮੁਨਕਰ ਹੋਣਾ ਔਖਾ ਸੀ, ਪਰ ਇਸ ਸੱਚਾਈ ਨੂੰ ਪ੍ਰਵਾਨ ਕਰ ਲੈਣ ਨਾਲ ਸਿੱਖ ਫਿਰਕਾ ਪ੍ਰਸਤੀ ਦੇ ਮਾਦੀ ਆਧਾਰ ਦਾ ਵਿਸ਼ਲੇਸ਼ਣ ਕਰਨ ਦਾ ਪੁਆੜਾ ਖੜਾ ਹੁੰਦਾ ਸੀ, ਜਿਸ ਨਾਲ ਉਹਨਾਂ ਮਾਰਕਸਵਾਦੀ ਵਿਦਵਾਨਾਂ ਦੀਆਂ ਧਾਰਨਾਵਾਂ ਦੀ ਪੁਸ਼ਟੀ ਹੁੰਦੀ ਸੀ, ਜਿਹੜੇ ਸਿੱਖ ਸੰਘਰਸ਼ ਦਾ ਅੰਨਾ ਵਿਰੋਧ ਛੱਡ ਕੇ ਇਸ ਨੂੰ ਹਮਦਰਦੀ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਵਕਾਲਤ ਕਰਦੇ ਸਨ। ਪਰ ਆਰੀਆ ਸਮਾਜੀ ਸੰਸਕਾਰਾਂ ਵਿੱਚ ਢਲੇ ਤੇ ਸੈਕੂਲਰ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਜਨੂਨੀ ਪੈਰੋਕਾਰ ਲਈ ਅਜਿਹਾ ਕਰਨਾ ਆਪਣਾ ਦੀਨ ਛੱਡਣ ਵਾਲੀ ਗੱਲ ਸੀ। ਇਸ ਕਰਕੇ ਉਸਨੇ ਇਸ ਨੂੰ ਇੱਕ ਆਮ ਸੱਚਾਈ ਵਜੋਂ ਰਸਮੀ ਅਰਥਾਂ ਵਿੱਚ ਪ੍ਰਵਾਨ ਕਰ ਲੈਣ, ਪਰ ਸਮਾਜ ਵਿੱਚ ਇਸ ਦੇ ਠੋਸ ਪ੍ਰਗਟਾਓ ਨੂੰ ਪੂਰਨ ਰੂਪ ਵਿੱਚ ਨਕਾਰ ਦੇਣ ਦੀ ਖੋਟੀ ਤਕਨੀਕ ਅਪਣਾਈ। ਉਸਨੇ ਇੱਕ ਪਾਸੇ ਤਾਂ ਇਹ ਗੱਲ ਬੇਬਾਕ ਕਬੂਲ ਕਰ ਲਈ ਕਿ ਪ੍ਰਗਟ ਹੋ ਰਹੀ ਇਸ ਫਿਰਕਾ ਪ੍ਰਸਤੀ ਨੂੰ ਇੱਕ ਸਮਾਜੀ ਹਾਲਤ ਦੀ ਢੋਈ ਹੈ ਜੋ ਇਸ ਨੂੰ ਧੋਣੀ ਦੇ ਰਹੀ ਹੈ, ਜਿਸ ਤੋਂ ਬਗੈਰ ਫਿਰਕਾ ਪ੍ਰਸਤੀ ਇੰਨਾ ਲੰਮਾ ਚਿਰ ਜਿੰਦਾ ਨਹੀਂ ਰਹਿ ਸਕਦੀ ਸੀ, ਅਤੇ ਜਿੰਨਾ ਚਿਰ ਇਸ ਵਿਸ਼ੇਸ਼ ਸਮਾਜੀ ਹਾਲਤ ਨੂੰ ਦਰੁਸਤ ਨਹੀਂ ਕੀਤਾ ਜਾਂਦਾ ਜਾਂ ਜਿੰਨਾ ਚਿਰ ਇਸ ਹਾਲਤ ਨੂੰ ਦਰੁਸਤ ਕਰਨ ਦਾ ਯਤਨ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਫਿਰਕਾ ਪ੍ਰਸਤੀ, ਜਾਤ ਪ੍ਰਸਤੀ ਤੇ ਅਜਿਹੀਆਂ ਹੀ ਹੋਰ ਨਫ਼ਰਤ ਪ੍ਰਸਤ ਵਿਚਾਰਧਾਰਾਵਾਂ ਲਗਾਤਾਰ ਵੱਧਦੀਆਂ ਫੁੱਲਦੀਆਂ ਰਹਿਣਗੀਆਂ।
इस करके फिरका प्रस्ती का पक्का इलाज समाजी हालत के सुधार अंदर छुपिया होया है, पर इस दे झट बाद उसने इस समाजी पक्ष की अहमियत नूं पूरी तरह रद्द कर दिता। उसने दलील दी कि कोई जना इस समाजी पक्ष नूं लैके ही बैठा नहीं रह सकता, क्योंकि फिरका प्रस्ती खुद अपने आप विच ही एक दुश्मन है अते यह समाजी हालत के सुधार के राह विच अड़िक्का बन के खड़ी हो जाती है। फिरका प्रस्ती एक विशेष समाजी हालत की पैदाइश जरूर है, पर उस हालत नूं सुधारन लई पहलां फिरका प्रस्ती विरुद्ध लड़ना पैना है, वरना हालत नूं सुधारना संभव नहीं। इस नूं कहिंदे हन तांगे नूं घोड़े अगे जोतना। प्रोफैसर बिपिन चंद्र ने इस गुमराह करू तर्क नूं अगे वधाउंदिआं कहा कि फिरका प्रस्ती दीआं जड़ां नूं लभना अते फिरका प्रस्ती दा समाजी विश्लेषण करना जरूरी है। इस तो बिना फिरका प्रस्ती दे विरुद्ध स्थाई जद्दोजहद करन लई लम्मे दा दी रणनीति नहीं अपनाई जा सकती। पर जिवें कि मैं पहला ही कह चुका हाँ, उस हालत नूं बदलण दे वास्ते फिरका प्रस्ती नाल टक्करना जरूरी है। इस करके मेरा दूजा अहम नुकता यह है कि फिरका प्रस्ती के समाजी विश्लेषण नूं फिरका प्रस्ती के विरुद्ध लड़ाई तो पासा वटन लई बहाने वजों नहीं वरतना चाहिए, जिहा कि बहुत सारे लोग कर रहे हैं। झूठे बंदे नूं अपनी कही हुई गल ते पूरा यकीन नहीं हुंदा, इस करके उसनूं अपना झूठ वार-वार दोहराउणा ते दृढ़ाउणा पैंदा है। फिरका प्रस्ती के समाजी आधार के सच नूं झुठलाउण लई प्रोफैसर बिपिन चंद्र नूं बहुत पुट्ठा सिद्धा होना पिया। यह सच्चाई कि कोई भी विचारधारा या लहर उन्ना चिर ताकत ग्रहण नहीं कर सकती जिन्ना चिर किसी खास समाजी वर्ग अंदर बेचैनी का कोई ठोस ते हकीकी आधार ना होवे। बिपिन चंद्र नूं वार-वार परेशान करती रही अते इस परेशानी तो खैड़ा छुड़ाउण लई उसनूं बहुत ही बेतुकियां दलीलां का आसरा लेना पिया। उसने इसनूं साधारण बुद्धि के पद्धर की गल कह के इसका मखौल उड़ाउण का यतन किया। आखे यह तां उस तरह की गल है जिवें कोई कहे कि अग दे बगैर धुआं किवें निकल सकता है। उसने दलील दी कि फिरका प्रस्ती की विचारधारा की खास गल यह है कि यह बिना आधार तो भी फैल सकती है। यह अजिहा धुआं है जो बिना अग तो भी उठ सकता है। इस दे नाल ही उसने बहु गिणती ते घट गिणती के फिरकूपणे विच निखेड़ा करन दी दलील दो टुक रूप विच रद्द कर दी। उसने कहा कि फिरका प्रस्ती एक विचारधारा है। अजिही कोई धारणा नहीं बनाई जा सकती कि सिख फिरका प्रस्ती, हिंदू फिरका प्रस्ती जां मुस्लिम फिरका प्रस्ती नालों कोई अलग शै है। हिंदू फिरका प्रस्ती, मुस्लिम फिरका प्रस्ती ते सिख फिरका प्रस्ती सब तो पहला फिरका प्रस्ती है। मैं इन्हां नूं फिरका प्रस्ती दीआं ही वनगियां समझदा हाँ। यह एक होर अहम कारण है कि फिरका प्रस्ती नूं फिरकू विचारधारा वजों क्यों वेखना चाहिदा है। इस तो बाद उसने फिरका प्रस्ती बारे अपनी इस आम धारणा की सिखा के ठोस प्रसंग विच व्याख्या करते हुए सिखां की हर मंग उमंग ते सरोकार उत्ते थोक रूप विच फिरकूपणे का ठप्पा ला दिता। उसने तिंग तिंग के कहा, सिख भाईचारे की गल करना फिरका प्रस्ती है, सिख पछाण की गल करना फिरका प्रस्ती है, सिख इतिहास जां सिख रवायतां की गल करना फिरका प्रस्ती है। यह कहना कि दरबार साहिब उत्ते हमले नाल सिखां दीआं भावनावां जख्मी होईयां हन फिरका प्रस्ती है। यह कहना कि सिखां विचकार वंडियां पाउण दे यतन हो रहे हैं फिरका प्रस्ती है। यह कहना कि सिखां दे हित साझे हैं फिरका प्रस्ती है। सिख संघर्ष का विरोध कर रहे सैकुलरिस्ट ते खब्बे पक्षी बुद्धिजीवियों ते समाजी कारकुनां दे मनां अंदर नफरत ते दुश्मनी दे भाव प्रचंड करन लई बिपिन चंद्र ने अपने फिरका प्रस्ती विरोध तर्क नूं खिच के बेहूदगी की हद तक लै जाण दी जुगत अपनाई। उसने फिरका प्रस्ती नूं इक्को साहे विकास विरोधी, कौमी एकता की दुश्मन, जमाती संघर्ष की वैरी, मानववाद की दोखी, इत्थों तक कि धर्म की भी दुश्मन गरदानिया अते इन्हां सच्चाइयां नूं लोकां अंदर समेत धार्मिक लोकां दे प्रचारन की मत दित्ती। उसने पंजाब दे खास करके सिख भाईचारे अंदरले सैकुलर राष्ट्रवादी ते खब्बे पक्षी बुद्धिजीवियों नूं चुक दिंदिआं कहा कि जदों फिरकू वातावरण का दबाव वध जाए तो उन्होंने फिरकूपणे मूहरे लिफना नहीं चाहिए जां विचारधारक बुजदिली का प्रगटावा नहीं करना चाहिए। इस तरह उसने पंजाब के सैकुलर ते खब्बे पक्षी बुद्धिजीवी लाणे नूं सिद्धे मत्थे ते नंगे रूप विच सिख संघर्ष के विरोध विच डट जाण दा होकरा मारिया। इस मामले विच बुद्धिजीवियों के एक वर्ग वल्लों प्रगटाई जा रही मानसिक दुविधा नूं भांपदे हुए उसने उन्हां नूं लड़न लई प्रेरित करन वास्ते यह गीता उपदेश दिता कि समाजी विश्लेषण के नां हेठ फिरका प्रस्ती विरुद्ध लड़ाई तो टाला वट्टण की रुचि पैदा हो सकती है।
क्योंकि फिरका प्रस्ती जिस किस्म की राजसी विचारधारा है, इसके खिलाफ लड़ना काफ़ी औखा है। कोई जना जदों पूंजीवाद के खिलाफ लड़दा है तो वह दूर बैठे जमाती दुश्मनों के खिलाफ लड़ रहा हुंदा है, पर जदों कोई व्यक्ति फिरका प्रस्ती के खिलाफ लड़दा है तो वह अपने ही भरावां, भैणां, मापियां, सालियां, साडूआं, भनोइयां, सहुरियां, अपने ही बेलियां, साथियां अते रोज़ मिलन वरतन वाले लोगों के खिलाफ लड़ रहा हुंदा है। पर इस काम के मुश्किल होने का अर्थ यह नहीं बनना चाहिए कि असी मसले के अंतिम हल की आड़ हेठ इस कारज नूं ही छड्ड दईए। उसने सिख संघर्ष के विरोध लई बुद्धिजीवी वर्ग वास्ते अमली कारज सेध भी मिथ दित्ती। उसने कहा, फिरका प्रस्ती सब तो वध के एक फिरकू विचारधारा है, इस करके इसके खिलाफ विचारधारा के पद्धर ते ही लड़ाई के जरिए मसले का हल लभ्या जा सकता है। इसनूं छड्ड के कुछ भी होर करना फजूल साबित होवेगा। यह कैंसर के मरीज़ का एस्प्रीन की गोली नाल इलाज करने वाली गल होवेगी। यह सोच के कि उसका सिर जां ढिड पीड़ कर रहा है। सिर दर्द कई रोगां करके हो सकता है, असल समस्या रोग की है, सिर दर्द जां किसी होर दर्द की नहीं। खब्बे पखियां नूं सिद्धांतक मतां। इस तरह प्रोफैसर बिपिन चंद्र ने पंजाब अंदर बुद्धिजीवी वर्ग नूं सिख संघर्ष के खिलाफ विचारधारक जंग विच झोकण लई सिद्धांतक सेध निर्धारित कर दित्ती। इस तो अगला सवाल यह सी कि यह विचारधारक जंग ठोस पद्धर ते किवें लड़ी जावे। इस बारे उसने यह नुस्खा दिता, लोकां नूं यह दस्सिया जावे कि फिरका प्रस्तां वल्लों पेश की जा रही समस्या झूठी है, उन्हां वल्लों समस्या का पेश किया जा रहा हल गलत है, उन्हां वल्लों उठाए जांदे सवाल झूठे हैं, इन्हां दे जवाब झूठे हैं, उन्हां वल्लों प्रगटाए जांदे खदशे जिवें कि धर्म नूं खतरा, पछाण नूं खतरा आदि सारा झूठ है। असली मसले होर हन, इन्हां दे हल होर हन, सच्चे सवाल होर हन ते इन्हां दे खरे जवाब भी होर हन। लड़ाई की ठोस रूपरेखा बयान करदिआं उसने कहा, सानूं लोकां कोल जाना पैना है ते इतिहास की मदद नाल, समाज शास्त्री की मदद नाल, रोज़ाना जिंदगी के तजर्बे की मदद नाल, साडे समाजी घोलां जमाती संघर्षां की मदद नाल, अर्थात सारे ढंगां सारे वसीलियां नाल लोकां नूं जागरूक करना पैना है। बेरोज़गार नौजवानों नूं पता होना चाहिए कि उन्हां दी असली समस्या किहड़ी है। उन्हां दी समस्या हिंदू अत्याचार नहीं हैं, उन्हां दी समस्या बेरोज़गारी है आदि आदि। इस जंग विच शरीक होने वाले अपने सिपाहियां अंदर सदक, उम्मीद ते जोश पैदा करन ते उन्हां दे मनां नूं तकड़ियां करन लई उसने यह गल दृढ़ाई कि लड़ाई लम्मी है, जो दहाका भर जां इस तों भी वध समां लै सकदी है, पर साडी राष्ट्री लहर दीआं रवायतां सानूं आसां बनाउंदियां हन। भारत अंदर ते पंजाब अंदर भी बड़ियां जानदार सैकुलर ताकतां मौजूद हैं, जिन्हां ने मौजूदा हालत प्रति बेहद सैकुलर तरीके नाल प्रतिकर्म प्रगटाया है। इस करके निराश होने की उक्का ही कोई वजह नहीं है। इस दे नाल ही बिपिन चंद्र ने पंजाब अंदर सिखां उत्ते हो रहे सरकारी जबर का डटवां पक्ष लैंदे होए खब्बे पखियां नूं यह सिद्धांतक मत दित्ती कि फिरका प्रस्ती की विचारधारा के विरुद्ध विचारधारक लड़ाई अपनी जगह सही है, जरूरी है, पर मैनूं यह गल कहण विच कोई झिझक नहीं कि जदों फिरकू हिंसा का सामना करना पै जांदा है तां स्टेट की तुरत पैरी ते प्रभावशाली जवाबी हिंसा जरूरी हो जाती है। इस करके मेरी यह धारणा है कि पिछले साल 1.5 साल तो पंजाब अंदर जो हालात बने हुए हैं उसके सन्मुख इतराज़ यह नहीं होना चाहिए कि सरकार ने अखीर विच जाके हिंसा का राह क्यों अख्तियार कर लिया, बल्कि इतराज़ यह होना चाहिए है कि सरकार इन्ना लम्मा चिर की करती रही। मेरे ख्याल विच यह बहुत ही अहम नुकता है। इस संदर्भ विच उसने सुलझी ते संवरी हुई बौद्धिक भाषा विच भारत सरकार नूं यह नेक मशवरा दिता कि सिख संघर्ष की खुल के हमायत करन दी गुस्ताखी करन वाले सिख विद्वानां नूं दुश्मन मन के उन्हां नाल करारे हत्थीं निपटिया जावे। उसने कहा, जदों तुसीं एक बार यह जान लिया कि फिरका प्रस्ती एक विचारधारा है तां तुहानूं सारे मसले नाल बहुत ही गुंझलदार तरीके नाल निपटना पैना है। फिरकू सिद्धांतकारां नाल तुहानूं करारे हत्थीं सज्जणा पैना है। ਜਿਹੜੇ बुद्धिजीवी फिरका प्रस्ती मूहरे झुक रहे हैं उन्हां नूं भी सख्ती नाल नजिठना पैना है, उन्हां दा कोई मतलब नहीं। बिपिन चंद्र दे इस गीता उपदेश का खब्बे पक्षी ताकतां उत्ते तकड़ा असर होया। उन्हां अंदर यह स्वै विश्वास होर दूण सवाया हो गया कि सिख फिरका प्रस्तां दा पक्ष झूठा है ते उन्हां दा अपना पक्ष ते पैंतड़ा 100% सच्चा है।
ਸਿੱਖ ਫਿਰਕਾ ਪ੍ਰਸਤਾਂ ਵੱਲੋਂ ਪੇਸ਼ ਕੀਤੇ ਜਾ ਰਹੇ ਮਸਲੇ ਝੂਠੇ ਹਨ, ਜਦੋਂ ਕਿ ਉਹਨਾਂ ਨੂੰ ਅਸਲੀ ਸਮੱਸਿਆਵਾਂ ਦਾ ਤੇ ਇਹਨਾਂ ਦੇ ਅਸਲੀ ਹੱਲ ਦਾ ਸਹੀ ਤੇ ਗੂੜਾ ਗਿਆਨ ਹੈ। ਉਹਨਾਂ ਦੇ ਜ਼ਿਹਨ ਅੰਦਰ ਇਹ ਗੱਲ ਪੱਕੀ ਤਰ੍ਹਾਂ ਬੈਠ ਗਈ ਕਿ ਰੋਗ ਬਾਰੇ ਤੇ ਇਸ ਦੇ ਇਲਾਜ ਬਾਰੇ ਉਹਨਾਂ ਦੀ ਸਮਝ ਅੰਦਰ ਕੋਈ ਕਮੀ ਪੇਸ਼ੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਦਾ ਇਹ ਕੱਚ ਘਰੜ ਮਾਰਕਸਵਾਦੀ ਅਕੀਦਾ ਹੋਰ ਪੱਕਾ ਹੋ ਗਿਆ ਕਿ ਲੋਕਾਂ ਦੇ ਅਸਲੀ ਮਸਲੇ ਆਰਥਿਕ ਹਨ, ਜਿਵੇਂ ਕਿ ਬੇਰੁਜ਼ਗਾਰੀ ਤੇ ਜਮਾਤੀ ਲੁੱਟ ਖਸੁੱਟ ਆਦਿ, ਜਦੋਂ ਕਿ ਧਰਮ ਜਾਂ ਸੱਭਿਆਚਾਰ ਨੂੰ ਖਤਰੇ ਦੀਆਂ ਗੱਲਾਂ ਝੂਠੀਆਂ ਹਨ ਜੋ ਲੋਕਾਂ ਨੂੰ ਕੁਰਾਹੇ ਲਿਜਾਂਦੀਆਂ ਹਨ। ਇਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਇਸ ਕੁਰਾਹੇ ਤੋਂ ਬਚਾਉਣ ਦਾ ਕਲਿਆਣਕਾਰੀ ਮਿਸ਼ਨ ਅਪਣਾ ਲਿਆ। ਜਦੋਂ ਕੋਈ ਆਪਣੇ ਬਾਰੇ ਸੱਤਵਾਦੀ ਤੇ ਨਾਲ ਹੀ ਗਿਆਨਵਾਦੀ ਹੋਣ ਦਾ ਭਰਮ ਪਾਲ ਲੈਂਦਾ ਹੈ ਤਾਂ ਉਸ ਦੀ ਠੀਕ ਤੇ ਗਲਤ ਵਿਚਕਾਰ ਨਿਖੇੜਾ ਕਰ ਸਕਣ ਦੀ ਸਮਰੱਥਾ ਗ੍ਰਹਿਣੀ ਜਾਂਦੀ ਹੈ। ਅਜਿਹੇ ਲੋਕ ਕਈ ਵਾਰੀ ਅਚੇਤ ਤੇ ਅਣਜਾਣੇ ਤੌਰ ਤੇ ਹੀ ਲੋਕ ਦੁਸ਼ਮਣ ਤਾਕਤਾਂ ਦੇ ਹੱਥ ਠੋਕੇ ਬਣ ਜਾਂਦੇ ਹਨ। ਪੰਜਾਬ ਦੀਆਂ ਖੱਬੇ ਪੱਖੀ ਤਾਕਤਾਂ ਨਾਲ ਇਹ ਤਰਾਸਦੀ ਵਾਪਰੀ, ਜਿਸ ਬਾਰੇ ਅਗਲੇ ਕਾਂਡ ਵਿੱਚ ਵਿਸਥਾਰ 'ਚ ਚਰਚਾ ਕਰਾਂਗੇ। ਕ੍ਰਿਡ ਵੱਲੋਂ ਕਰਵਾਏ ਗਏ ਉਪਰੋਕਤ ਸੈਮੀਨਾਰ ਅੰਦਰ ਸਰਦਾਰ ਖੁਸ਼ਵੰਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਿੱਖਾਂ ਅੰਦਰ ਪ੍ਰਗਟ ਹੋ ਰਹੇ ਵੱਖਰੇਪਣ ਦੇ ਅਹਿਸਾਸ ਤੇ ਰੁਝਾਨ ਦੀ ਰੋਕਥਾਮ ਕਰਨ ਲਈ ਪੰਜਾਬੀਅਤ ਦੀ ਧਾਰਨਾ ਨੂੰ ਜ਼ੋਰਦਾਰ ਰੂਪ ਵਿੱਚ ਉਭਾਰਨ ਦੀ ਲੋੜ ਉੱਤੇ ਬਲ ਦਿੱਤਾ। ਉਸਨੇ ਕਿਹਾ ਕਿ ਪੰਜਾਬ ਪ੍ਰਸਤੀ ਦੀ ਗੱਲ ਕਰਨਾ ਕਿਸੇ ਪੱਖੋਂ ਵੀ ਕੌਮ ਵਿਰੋਧੀ ਹੋਣਾ ਨਹੀਂ, ਬਲਕਿ ਇਹ ਇਸ ਵੇਲੇ ਪੰਜਾਬੀਆਂ ਅੰਦਰ ਪ੍ਰਗਟ ਹੋ ਰਹੀ ਆਪਸੀ ਨਫ਼ਰਤ ਨੂੰ ਦੂਰ ਕਰਨ ਲਈ ਰੋਗ ਨਾਸ਼ਕ ਦਵਾਈ ਦਾ ਕੰਮ ਦੇ ਸਕਦੀ ਹੈ। ਸੈਮੀਨਾਰ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਫਿਰਕਾ ਪ੍ਰਸਤੀ ਵਿਰੁੱਧ ਅਸਰਦਾਰ ਲੜਾਈ ਲੜਨ ਲਈ ਇਸ ਵਿੱਚ ਲੋਕਾਂ ਦੀ ਵਿਆਪਕ ਸ਼ਮੂਲੀਅਤ ਕਰਵਾਉਣ ਦੀ ਲੋੜ ਉੱਤੇ ਖਾਸ ਜ਼ੋਰ ਦਿੱਤਾ। ਉਸਨੇ ਕਿਹਾ ਕਿ ਫਿਰਕਾ ਪ੍ਰਸਤੀ ਨੂੰ ਭਾਂਜ ਦੇਣਾ ਇਕੱਲੀ ਸਟੇਟ ਸਰਕਾਰ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਹੀ ਕੰਮ ਨਹੀਂ, ਇਹ ਕਾਰਜ ਸਾਡਾ ਸਭਨਾ ਦੇਸ਼ ਦੇ ਨਾਗਰਿਕਾਂ ਦਾ ਸਾਂਝਾ ਹੈ। ਮੇਰੀ ਇਹ ਧਾਰਨਾ ਹੈ ਕਿ ਜੇਕਰ ਇਸ ਦੇਸ਼ ਦੇ ਨਾਗਰਿਕ ਇਸ ਕਾਰਜ ਵਿੱਚ ਪੂਰੇ ਭਰਵੇਂ ਤਰੀਕੇ ਨਾਲ ਸ਼ਾਮਲ ਨਹੀਂ ਹੁੰਦੇ ਤਾਂ ਇਕੱਲੀ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਦੇਵੇ, ਉਹ ਇਸ ਸਮੱਸਿਆ ਨਾਲ ਨਹੀਂ ਨਿਪਟ ਸਕਦੀ। ਬਿਨਾਂ ਸ਼ੱਕ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਉੱਤੇ ਵੱਖਰੇ ਵੱਖਰੇ ਪਾਸਿਆਂ ਤੋਂ ਹਮਲਾ ਕਰਨਾ ਪੈਣਾ ਹੈ। ਸਿਰਫ ਲੋਕਾਂ ਦੀ ਸ਼ਮੂਲੀਅਤ ਦੇ ਪੱਖ ਤੋਂ ਹੀ ਨਹੀਂ, ਇਸ ਨੂੰ ਵਿੱਦਿਆ ਐਜੂਕੇਸ਼ਨ ਦੇ ਪੱਖ ਤੋਂ ਤੇ ਇਤਿਹਾਸ ਦੀ ਨਜ਼ਰਸਾਨੀ ਕਰਨ ਦੇ ਪੱਖ ਤੋਂ ਵੀ ਸੰਬੋਧਿਤ ਹੋਣਾ ਪੈਣਾ ਹੈ। ਮੇਰਾ ਵਿਚਾਰ ਹੈ ਕਿ ਸਾਨੂੰ ਇਤਿਹਾਸ ਲੇਖਣੀ ਨੂੰ ਨਵੇਂ ਸਿਰਿਓਂ ਵਿਚਾਰਨਾ ਪੈਣਾ ਹੈ, ਕਿਉਂਕਿ ਪਿਛਲੇ 100 ਸਾਲਾਂ ਦੌਰਾਨ ਜੋ ਇਤਿਹਾਸ ਲਿਖਿਆ ਗਿਆ ਹੈ ਉਸਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਆਪਸੀ ਰਿਸ਼ਤੇ ਨੂੰ ਤਕੜੀ ਢਾਹ ਲਾਈ ਹੈ। ਇਤਿਹਾਸਕਾਰੀ ਬਾਰੇ ਸੈਕੂਲਰਿਸਟ ਨੁਸਖਾ। ਸੈਮੀਨਾਰ ਅੰਦਰ ਇਤਿਹਾਸਕਾਰੀ ਬਾਰੇ ਗਹਿਰਾ ਸਰੋਕਾਰ ਪ੍ਰਗਟਾਇਆ ਗਿਆ। ਇਸ ਬਾਰੇ ਸਰਦਾਰ ਖੁਸ਼ਵੰਤ ਸਿੰਘ ਨੇ ਆਪਣੇ ਵਿਚਾਰ ਬਹੁਤ ਹੀ ਬੇਬਾਕ ਲਹਿਜੇ ਤੇ ਬੜਬੋਲੇ ਅੰਦਾਜ਼ ਵਿੱਚ ਰੱਖੇ। ਉਸਨੇ ਕਿਹਾ, ਸਾਡੇ ਦੇਸ਼ ਉੱਤੇ ਇਤਿਹਾਸ ਦਾ ਬਹੁਤ ਹੀ ਲੰਮਾ ਤੇ ਵਿਸ਼ੈਲਾ ਪਰਛਾਵਾਂ ਪਿਆ ਹੋਇਆ ਹੈ। ਮੈਂ ਨਹੀਂ ਜਾਣਦਾ ਇਤਿਹਾਸ ਦੇ ਇਸ ਵਿਸ਼ੈਲੇ ਪਰਛਾਵੇਂ ਦਾ ਅਸੀਂ ਕੀ ਇਲਾਜ ਕਰ ਸਕਦੇ ਹਾਂ। ਜਾਂ ਤਾਂ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਜਾਈਏ ਜਾਂ ਇਸ ਨੂੰ ਦੁਬਾਰਾ ਲਿਖਿਆ ਜਾਵੇ, ਅਤੇ ਜੇਕਰ ਜ਼ਰੂਰੀ ਜਾਪੇ ਤਾਂ ਬੇਸ਼ੱਕ ਆਪਣੇ ਮਨੋਰਥਾਂ ਦੇ ਅਨੁਕੂਲ ਝੂਠਾ ਇਤਿਹਾਸ ਹੀ ਘੜ ਲਿਆ ਜਾਵੇ। ਸਿੱਖਾਂ ਦੇ ਸੰਦਰਭ ਵਿੱਚ ਖੁਸ਼ਵੰਤ ਸਿੰਘ ਦੀ ਇਸ ਤਜਵੀਜ਼ ਦੇ ਗੋਹਜ ਅਰਥ ਤੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਹਨ, ਇਸ ਦੀ ਝਲਕ ਖੁਦ ਉਸ ਦੇ ਭਾਸ਼ਣ ਤੋਂ ਮਿਲ ਜਾਂਦੀ ਹੈ, ਜਿਸ ਦਾ ਖੁਲਾਸਾ ਅੱਗੇ ਚੱਲ ਕੇ ਕੀਤਾ ਜਾਵੇਗਾ। ਪ੍ਰਸਿੱਧ ਸਮਾਜ ਸ਼ਾਸਤਰੀ ਸ਼੍ਰੀ ਦੀਪਾਂਕਰ ਗੁਪਤਾ ਨੇ ਇਹ ਬਹੁਤ ਹੀ ਅਹਿਮ ਤੱਥ ਨੋਟ ਕੀਤਾ ਹੈ ਕਿ 1980-84 ਦੇ ਸਮੇਂ ਦੌਰਾਨ ਸਿੱਖਾਂ ਅੰਦਰ ਆਪਣੇ ਇਤਿਹਾਸ ਬਾਰੇ ਜਾਣਨ ਦੀ ਤੀਬਰ ਤਲਬ ਪੈਦਾ ਹੋ ਗਈ ਸੀ। ਉਹ ਲਿਖਦਾ ਹੈ, ਉਹਨਾਂ ਦਿਨਾਂ ਅੰਦਰ ਸਿੱਖਾਂ ਦੇ ਘਰੀ ਜਾਣ ਦਾ ਮੈਨੂੰ ਅਜੇ ਤੱਕ ਚੇਤਾ ਹੈ, ਅਤੇ ਮੈਂ ਇਹ ਵੇਖ ਕੇ ਦੰਗ ਰਹਿ ਗਿਆ ਸੀ ਕਿ ਬਹੁਤ ਸਾਰੇ ਮੱਧ ਵਰਗੀ ਸਿੱਖਾਂ ਦੇ ਘਰਾਂ ਵਿੱਚ ਅਲਮਾਰੀਆਂ ਦੇ ਖਾਨਿਆਂ ਵਿੱਚ ਸਿੱਖ ਇਤਿਹਾਸ ਬਾਰੇ ਨਵੀਆਂ ਨਕੋਰ ਕਿਤਾਬਾਂ ਸਜੀਆਂ ਹੋਈਆਂ ਸਨ। ਅਜਿਹਾ ਨਹੀਂ ਸੀ ਕਿ ਕਿਸੇ ਖਾਸ ਲੇਖਕ ਨੂੰ, ਜਿਵੇਂ ਗੋਪਾਲ ਸਿੰਘ ਜਾਂ ਖੁਸ਼ਵੰਤ ਸਿੰਘ ਜਾਂ AC ਬੈਨਰਜੀ ਨੂੰ ਉਚੇਚੀ ਤਰਜੀਹ ਦਿੱਤੀ ਗਈ ਸੀ। ਉਗੜਵੀਂ ਤੇ ਸਾਂਝੀ ਗੱਲ ਇਹ ਸੀ ਕਿ ਇਹ ਕਿਤਾਬਾਂ ਨਵੀਆਂ ਨਕੋਰ ਤਾਜ਼ੀਆਂ ਖਰੀਦੀਆਂ ਹੋਈਆਂ ਸਨ। ਮੇਰਾ ਸਿੱਖਾਂ ਨੂੰ ਅਕਸਰ ਹੀ ਇਹ ਸਵਾਲ ਹੁੰਦਾ ਸੀ ਕਿ ਉਹਨਾਂ ਨੂੰ ਸਿੱਖੀ ਤੇ ਸਿੱਖ ਇਤਿਹਾਸ ਬਾਰੇ ਇਹ ਸਾਰੀਆਂ ਕਿਤਾਬਾਂ ਖਰੀਦਣ ਦੀ ਭਲਾ ਕੀ ਲੋੜ ਪੈ ਗਈ ਸੀ। ਉਹਨਾਂ ਦਾ ਆਮ ਜਵਾਬ ਹੁੰਦਾ ਸੀ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਨਾਲ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਹੈ। ਇਸ ਤੱਥ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਸੈਕੂਲਰ ਰਾਸ਼ਟਰਵਾਦ ਦੀ ਵਿਚਾਰਧਾਰਾ ਵਿੱਚ ਅੰਨੀ ਸ਼ਰਧਾ ਰੱਖਣ ਵਾਲੇ ਵਿਦਵਾਨ ਸਿੱਖ ਫਿਰਕਾ ਪ੍ਰਸਤੀ ਨੂੰ ਭਾਂਜ ਦੇਣ ਲਈ ਸਿੱਖਾਂ ਦੇ ਇਤਿਹਾਸ ਨੂੰ ਸੋਧ ਕੇ ਲਿਖਣ ਦੇ ਕਾਰਜ ਦੀ ਇੰਨੀ ਪੁਰਜ਼ੋਰ ਵਕਾਲਤ ਕਿਉਂ ਕਰ ਰਹੇ ਸਨ।
ਭਾਵੇਂ ਕਿ ਹਕੀਕਤ ਇਹ ਹੈ ਕਿ ਹਰ ਵੰਨਗੀ ਦੇ ਆਧੁਨਿਕ ਇਤਿਹਾਸਕਾਰਾਂ ਵੱਲੋਂ ਸਿੱਖਾਂ ਦੇ ਇਤਿਹਾਸ ਬਾਰੇ ਪਹਿਲਾਂ ਹੀ ਲਿਖੀਆਂ ਜਾ ਚੁੱਕੀਆਂ ਕਿਤਾਬਾਂ ਵਿੱਚ ਵੀ ਹਿੰਦੂ ਹਾਕਮਾਂ ਦੇ ਰਾਜਸੀ ਸਵਾਰਥਾਂ ਦੀ ਪੂਰਤੀ ਲਈ ਸਿੱਖ ਇਤਿਹਾਸ ਦੇ ਸ਼ੁੱਧ ਰੂਪ ਦਾ ਹੁਲੀਆ ਵਿਗਾੜ ਦੇਣ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ। ਸੋ ਸੈਮੀਨਾਰ ਦੀ ਸਮੁੱਚੀ ਕਾਰਵਾਈ ਤੋਂ ਸਿੱਖ ਕੌਮ ਪ੍ਰਤੀ ਕ੍ਰਿਡ ਦੇ ਸੰਚਾਲਕਾਂ ਦੇ ਫੌਰੀ ਸਰੋਕਾਰਾਂ ਤੋਂ ਲੈ ਕੇ ਦੂਰ ਰਸ ਮਨੋਰਥਾਂ ਤੇ ਮਨਸੂਬਿਆਂ ਦਾ ਸਾਫ਼ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਸਿੱਖਾਂ ਦੇ ਗਿਆਨ ਪ੍ਰਬੰਧ ਤੇ ਉਹਨਾਂ ਦੇ ਵਿਚਾਰ ਪ੍ਰਬੰਧ ਨੂੰ ਆਪਣੇ ਸਮਕਾਲੀ ਰਾਜਸੀ ਹਿੱਤਾਂ ਦੇ ਅਨੁਕੂਲ ਢਾਲਣ ਲਈ ਕਿੰਨੇ ਗੰਭੀਰ ਤੇ ਉਤਾਵਲੇ ਸਨ ਅਤੇ ਉਹਨਾਂ ਦੇ ਫਿਰਕਾ ਪ੍ਰਸਤੀ ਵਿਰੁੱਧ ਜੰਗ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਦੇ ਵਿਚਾਰ ਨਕਸ਼ੇ ਅੰਦਰ ਪੰਜਾਬ ਨੂੰ ਸਿਵਲ ਜੰਗ ਦਾ ਅਖਾੜਾ ਬਣਾਉਣ ਦੇ ਖੋਟੇ ਇਰਾਦੇ ਤੇ ਖਤਰਨਾਕ ਮਨਸੂਬੇ ਛੁਪੇ ਹੋਏ ਸਨ। ਬਿਪਨ ਚੰਦਰ ਨੇ ਕਿਸੇ ਹੋਰ ਜਗ੍ਹਾ ਫਿਰਕਾ ਪ੍ਰਸਤੀ ਵਿਰੁੱਧ ਲੜਾਈ ਅੰਦਰ ਲੋਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਦੇ ਵਿਚਾਰ ਦੇ ਗੁੱਝੇ ਅਰਥਾਂ ਨੂੰ ਵਧੇਰੇ ਸਪਸ਼ਟ ਕਰਦਿਆਂ ਲਿਖਿਆ ਸੀ ਕਿ ਫਿਰਕਾ ਪ੍ਰਸਤੀ ਨੂੰ ਭਾਂਜ ਦੇਣ ਦੇ ਕਾਰਜ ਵਿੱਚ ਕੱਲੀ ਸਟੇਟ ਅਸਰਦਾਰ ਨਹੀਂ ਹੋ ਸਕਦੀ। ਸਟੇਟ ਦੇ ਨਾਲ ਹੀ ਬਲਕਿ ਸਟੇਟ ਨਾਲੋਂ ਵੀ ਵੱਧ ਇਹ ਕੰਮ ਪਾਰਟੀਆਂ, ਬੁੱਧੀਜੀਵੀਆਂ ਤੇ ਕਲਚਰਲ ਵਰਕਰਾਂ, ਲੇਖਕਾਂ, ਕਲਾਕਾਰਾਂ, ਪੱਤਰਕਾਰਾਂ ਤੇ ਕਿੱਤਾਕਾਰਾਂ, ਅਧਿਆਪਕਾਂ, ਕਸਬਿਆਂ ਦੇ ਵਕੀਲਾਂ ਤੇ ਡਾਕਟਰਾਂ, ਸਵੈ ਸੇਵੀ ਜਥੇਬੰਦੀਆਂ, ਟ੍ਰੇਡ ਯੂਨੀਅਨਾਂ, ਕਿਸਾਨ ਸਭਾਵਾਂ, ਨੌਜਵਾਨ ਸਭਾਵਾਂ ਆਦਿ ਦੇ ਕਰਨ ਗੋਚਰਾ ਹੈ। ਫਿਰਕਾ ਪ੍ਰਸਤੀ ਨੂੰ ਧੁਰ ਪਰਿਵਾਰਾਂ, ਮੁਹੱਲਿਆਂ, ਸਕੂਲਾਂ ਤੇ ਕਾਲਜਾਂ, ਪੇਂਡੂ ਸੱਥਾਂ, ਕਾਰਖਾਨਿਆਂ, ਬੈਂਕਾਂ, ਸਰਕਾਰੀ ਦਫ਼ਤਰਾਂ ਅਥਵਾ ਜਿੱਥੇ ਵੀ ਲੋਕ ਇਕੱਤਰ ਹੁੰਦੇ ਹਨ ਉਹਨਾਂ ਸਭਨਾਂ ਥਾਵਾਂ ਤੇ ਜਾ ਕੇ ਟੱਕਰਨਾ ਪੈਣਾ ਹੈ। ਬਿਪਨ ਚੰਦਰ ਦੀ ਇਸ ਵੇਗ ਭਰਪੂਰ ਮੁਹਿੰਮ ਨੇ ਪੰਜਾਬ ਦੇ ਬੌਧਿਕ ਹਲਕਿਆਂ ਉੱਤੇ ਜ਼ੋਰਦਾਰ ਸਿਧਾਂਤਕ ਪ੍ਰਭਾਵ ਪਾਇਆ। ਉਸ ਦੀਆਂ ਸਿਧਾਂਤਕ ਰਚਨਾਵਾਂ ਸਾਰੇ ਵਿਦਿਅਕ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਅੰਦਰ ਟਿਕ ਗਈਆਂ ਅਤੇ ਸਿੱਖ ਬੇਚੈਨੀ ਉੱਤੇ ਸਿਧਾਂਤਕ ਕਾਰਜ ਕਰਨ ਵਾਲੇ ਬੌਧਿਕ ਕਰਮੀਆਂ ਦਾ ਮਾਰਗਦਰਸ਼ਨ ਕਰਨ ਲੱਗੀਆਂ। ਪੰਜਾਬ ਦੇ ਸੰਕਟਮਈ ਦੌਰ ਅੰਦਰ ਯੂਨੀਵਰਸਿਟੀਆਂ ਤੇ ਹੋਰਨਾਂ ਅਦਾਰਿਆਂ ਅੰਦਰ ਜੋ ਵੀ ਬੌਧਿਕ ਕਾਰਜ ਤੇ ਸਰਗਰਮੀਆਂ ਹੋਈਆਂ ਉਹਨਾਂ ਉੱਤੇ ਬਿਪਨ ਚੰਦਰ ਦੇ ਵਿਚਾਰਾਂ ਦੀ ਗੂੜੀ ਛਾਪ ਪ੍ਰਤੱਖ ਪਛਾਣੀ ਜਾ ਸਕਦੀ ਹੈ। ਵਿਚਾਰ ਸੰਮੇਲਨਾਂ ਅੰਦਰ ਜੋ ਵਿਚਾਰ ਪ੍ਰਗਟਾਏ ਗਏ ਅਤੇ ਵਿਦਵਾਨਾਂ ਵੱਲੋਂ ਪੰਜਾਬ ਦੇ ਮਸਲੇ ਬਾਰੇ ਜਿਹੜੀਆਂ ਲਿਖਤਾਂ ਲਿਖੀਆਂ ਤੇ ਛਪਵਾਈਆਂ ਗਈਆਂ ਉਹਨਾਂ ਵਿੱਚੋਂ ਬਿਪਨ ਚੰਦਰ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ। ਉਸ ਵੱਲੋਂ ਪੇਸ਼ ਕੀਤੀਆਂ ਧਾਰਨਾਵਾਂ ਬੁੱਧੀਜੀਵੀਆਂ ਦੇ ਮੂੰਹਾਂ ਤੇ ਚੜ੍ਹ ਗਈਆਂ ਤੇ ਮੀਡੀਏ ਦੇ ਜ਼ਰੀਏ ਆਮ ਲੋਕਾਂ ਤੱਕ ਪਹੁੰਚ ਗਈਆਂ। ਨਤੀਜੇ ਵਜੋਂ ਜਿਹੜੇ ਲੋਕਾਂ ਨੇ ਬਿਪਨ ਚੰਦਰ ਨੂੰ ਨਾ ਪੜ੍ਹਿਆ ਹੈ ਤੇ ਨਾ ਕਦੇ ਉਸ ਨੂੰ ਵੇਖਿਆ ਜਾਂ ਸੁਣਿਆ ਹੈ ਉਹ ਵੀ ਅਣਜਾਣੇ ਤੌਰ ਤੇ ਉਸ ਦੀ ਹੀ ਬੋਲੀ ਬੋਲਦੇ ਹਨ। ਕੋਈ ਸਮਾਜ ਸ਼ਾਸਤਰੀ ਹੈ ਜਾਂ ਨਾਟਕਕਾਰ, ਕਵੀ ਹੈ ਜਾਂ ਕਹਾਣੀਕਾਰ, ਰਾਜਸੀ ਕਾਰਕੁੰਨ ਹੈ ਜਾਂ ਪੱਤਰਕਾਰ, ਫਿਰਕਾ ਪ੍ਰਸਤੀ ਬਾਰੇ ਸਾਰਿਆਂ ਦੀ ਸੋਚ ਉੱਤੇ ਬਿਪਨ ਚੰਦਰ ਦੀਆਂ ਸਿੱਖਿਆਵਾਂ ਦਾ ਰੰਗ ਚੜ੍ਹਿਆ ਹੋਇਆ ਹੈ। ਖੱਬਾ ਪੱਖ ਬਣਿਆ ਭਾਰਤੀ ਹਾਕਮਾਂ ਦਾ ਸੱਜਾ ਹੱਥ। ਭਾਰਤੀ ਪਰਿਪੇਖ ਵਿੱਚ ਸੈਕੂਲਰਵਾਦੀ ਰੁਚੀ ਹਿੰਦੂ ਰਾਸ਼ਟਰਵਾਦ ਦੀ ਪੂਰਕ ਹੈ। ਮਾਰਕਸੀ ਸਿਧਾਂਤਕਾਰ ਭਾਰਤੀ ਬਹੁਸੰਮਤੀਵਾਦ ਦੀ ਸਮੱਸਿਆ ਨੂੰ ਸਮਝਣ ਤੋਂ ਅਸਮਰੱਥ ਰਹੇ ਹਨ। ਭਾਰਤੀ ਬਹੁਸੰਮਤੀਵਾਦ ਲਾ ਪਾ ਕੇ ਸਨਾਤਨੀ ਹਿੰਦੂ ਰਾਸ਼ਟਰਵਾਦ ਦਾ ਉਤਾਰਾ ਹੀ ਤਾਂ ਹੈ। ਇਸ ਕਰਕੇ ਅਨੇਕਾਂ ਧਾਰਾਵਾਂ ਵਿੱਚ ਖੰਡਿਤ ਹੋਈ ਕਮਿਊਨਿਸਟ ਇੰਟਰਨੈਸ਼ਨਲ ਲਹਿਰ ਮੱਧ ਏਸ਼ੀਆ ਤੇ ਭਾਰਤੀ ਹਿੰਦੂਵਾਦ ਦੇ ਸੰਦਰਭ ਵਿੱਚ ਨਾ ਕੇਵਲ ਪੈਂਤੜੇ ਪੱਖੋਂ ਫੇਲ ਹੋਈ ਹੈ ਸਗੋਂ ਇਸ ਦਾ ਸਿਧਾਂਤਕ ਵਿਗਠਨ ਅਤੇ ਬਰਬਾਦੀ ਜਿਸ ਪ੍ਰਕਾਰ ਹਿੰਦੁਸਤਾਨ ਵਿੱਚ ਹੋਈ ਹੈ ਉਸ ਦੀ ਵਿਗੜੀ ਦਾ 3 ਫਾੜ ਹੋਈ ਕਮਿਊਨਿਸਟ ਲਹਿਰ 10 ਟੋਟਿਆਂ ਵਿੱਚ ਹੋਈ ਨਕਸਲਵਾਦੀ ਲਹਿਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੁਝ ਸਿਆਣੇ ਮਾਰਕਸੀ ਚਿੰਤਕਾਂ ਦੀ ਨਜ਼ਰ ਵਿੱਚ ਭਾਰਤੀ ਮਾਰਕਸਵਾਦ ਬਹੁਸੰਮਤੀ ਸੋਧਵਾਦ ਹੀ ਤਾਂ ਹੈ। ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ। ਪੰਜਾਬ ਦੀਆਂ ਖੱਬੇ ਪੱਖੀ ਤਾਕਤਾਂ ਨੂੰ ਸਿੱਖ ਸੰਘਰਸ਼ ਦਾ ਜਨੂੰਨ ਦੀ ਪੱਧਰ ਤੇ ਵਿਰੋਧ ਕਰਨ ਲਈ ਪ੍ਰੇਰਿਤ ਤੇ ਉਤੇਜਿਤ ਕਰਨ ਵਾਲੇ ਕਈ ਤੱਥ ਹਨ, ਸਿਧਾਂਤਕ ਤੋਂ ਇਲਾਵਾ ਰਾਜਨੀਤਿਕ ਤੇ ਮਨੋਵਿਗਿਆਨਕ ਵੀ। ਸਿਧਾਂਤਕ ਫੈਕਟਰ। ਖੱਬੇ ਪੱਖੀ ਲਹਿਰ ਬੇਸ਼ੱਕ ਅਨੇਕਾਂ ਧਾਰਾਵਾਂ ਤੇ ਧੜਿਆਂ ਵਿੱਚ ਵੰਡੀ ਹੋਈ ਹੈ ਪਰ ਇਸ ਦੇ ਸਾਰੇ ਅੰਗ ਮੂਲ ਰੂਪ ਵਿੱਚ ਇੱਕੋ ਦਾਰਸ਼ਨਿਕ ਨਜ਼ਰੀਏ ਦੇ ਧਾਰਨੀ ਹਨ। ਸਮਾਜੀ ਰਾਜਸੀ ਘਟਨਾਵਾਂ, ਰੁਝਾਨਾਂ, ਵਰਤਾਰਿਆਂ ਤੇ ਸ਼ਕਤੀਆਂ ਨੂੰ ਅੰਕਣ ਲਈ ਸਾਰਿਆਂ ਵੱਲੋਂ ਇੱਕੋ ਜਿਹਾ ਸਿਧਾਂਤਕ ਨਜ਼ਰੀਆ ਤੇ ਵਿਧੀ ਸ਼ਾਸਤਰ ਅਪਣਾਇਆ ਜਾਂਦਾ ਹੈ। ਵਿਰੋਧ ਵਿਕਾਸੀ ਤੇ ਇਤਿਹਾਸਕ ਪਦਾਰਥਵਾਦ ਮਾਰਕਸਵਾਦੀ ਫਲਸਫੇ ਦੀ ਚੂਲ ਹੈ। ਤਰਕ ਤੇ ਵਿਸ਼ਲੇਸ਼ਣ ਇਸ ਦੇ ਮੁੱਖ ਹਥਿਆਰ ਹਨ।
ਕਾਰਲ ਮਾਰਕਸ ਨੇ ਵਿਰੋਧ ਵਿਕਾਸੀ ਪਦਾਰਥਵਾਦੀ ਨਜ਼ਰੀਏ ਤੋਂ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਜਿਹੜੀਆਂ ਸਿਧਾਂਤਕ ਧਾਰਨਾਵਾਂ ਸਿਰਜੀਆਂ, ਉਹਨਾਂ ਮੁਤਾਬਕ ਇਤਿਹਾਸ ਅੰਦਰ ਵਾਪਰਨ ਵਾਲੀ ਹਰ ਤਬਦੀਲੀ ਲਈ ਆਰਥਿਕ ਤੱਥਾਂ ਨੂੰ ਨਿਰਣਾਇਕ ਮੰਨਿਆ ਜਾਂਦਾ ਹੈ। ਮਾਰਕਸਵਾਦੀ ਦ੍ਰਿਸ਼ਟੀਕੋਣ ਮੁਤਾਬਕ ਹਰ ਛੋਟੀ ਵੱਡੀ ਇਤਿਹਾਸਕ ਘਟਨਾ ਦਾ ਬੁਨਿਆਦੀ ਕਾਰਨ ਆਰਥਿਕ ਹਾਲਤਾਂ, ਪੈਦਾਵਾਰ ਦੇ ਸਾਧਨਾਂ ਤੇ ਵੰਡ ਤੇ ਵਟਾਂਦਰੇ ਦੀ ਪ੍ਰਣਾਲੀ ਹੀ ਹੁੰਦੀਆਂ ਹਨ। ਸਾਰੇ ਸਮਾਜਿਕ, ਰਾਜਨੀਤਿਕ ਤੇ ਬੌਧਿਕ ਸੰਬੰਧ, ਸਭ ਧਾਰਮਿਕ ਤੇ ਕਾਨੂੰਨੀ ਪ੍ਰਣਾਲੀਆਂ, ਸਾਰੇ ਸਿਧਾਂਤਕ ਦ੍ਰਿਸ਼ਟੀਕੋਣ ਜੋ ਇਤਿਹਾਸ ਵਿੱਚੋਂ ਉਪਜਦੇ ਹਨ, ਵਾਸਤਵ ਵਿੱਚ ਜੀਵਨ ਦੀਆਂ ਪਦਾਰਥਕ ਹਾਲਤਾਂ ਵਿੱਚੋਂ ਉਤਪੰਨ ਹੁੰਦੇ ਹਨ। ਜਿਸ ਪ੍ਰਕਾਰ ਦਾ ਆਰਥਿਕ ਢਾਂਚਾ ਹੁੰਦਾ ਹੈ, ਉਸੇ ਹੀ ਪ੍ਰਕਾਰ ਦੇ ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪੱਧਰ ਸਮਾਜ ਵਿੱਚ ਸਥਾਪਿਤ ਹੋ ਜਾਂਦੇ ਹਨ। ਹਰੇਕ ਸਮਾਜ ਦਾ ਸੱਭਿਆਚਾਰ ਉੱਥੋਂ ਦੇ ਆਰਥਿਕ ਢਾਂਚੇ ਦਾ ਹੀ ਪ੍ਰਤੀਬਿੰਬ ਹੁੰਦਾ ਹੈ। ਰਾਜਨੀਤਿਕ ਸੰਸਥਾਵਾਂ, ਕਾਨੂੰਨ, ਧਾਰਮਿਕ ਰੀਤਾਂ, ਰਸਮ ਰਿਵਾਜ, ਨੈਤਿਕ ਕਦਰਾਂ ਕੀਮਤਾਂ ਆਦਿ ਨੂੰ ਉਸ ਸਮਾਜ ਦਾ ਆਰਥਿਕ ਢਾਂਚਾ ਹੀ ਨਿਰਧਾਰਿਤ ਕਰਦਾ ਹੈ। ਬੇਸ਼ੱਕ ਕਾਰਲ ਮਾਰਕਸ ਤੇ ਉਸਦੇ ਬੌਧਿਕ ਸੰਗੀ ਫਰੈਡਰਿਕ ਐਂਗਲਜ਼ ਨੇ ਬਾਅਦ ਵਿੱਚ ਜਾ ਕੇ ਆਪਣੇ ਫਲਸਫੇ ਦੀ ਇਸ ਉਲਾਰ ਪ੍ਰਵਿਰਤੀ ਨੂੰ ਦਰੁਸਤ ਕਰਨ ਦਾ ਬੇਦਲਾ ਜਿਹਾ ਯਤਨ ਕੀਤਾ ਸੀ, ਪਰ ਉਹਨਾਂ ਦੇ ਜ਼ਿਆਦਾਤਰ ਪੈਰੋਕਾਰਾਂ ਦੀ ਸਮਝ ਦੀ ਗਰਾਰੀ ਪਹਿਲੀ ਪੋਜੀਸ਼ਨ ਉੱਤੇ ਹੀ ਅੜੀ ਰਹੀ। ਭਾਰਤੀ ਕਮਿਊਨਿਸਟ ਵੱਧ ਅੰਧ-ਵਿਸ਼ਵਾਸੀ ਤੇ ਚੇਲਾ ਬਿਰਤੀ ਦੇ ਮਾਲਕ ਹੋਣ ਕਰਕੇ ਇਸ ਪੱਖੋਂ ਜ਼ਿਆਦਾ ਹੀ ਪਛੜੇ ਰਹਿ ਗਏ। ਪੰਜਾਬ ਦੇ ਆਧੁਨਿਕਵਾਦੀ ਕਾਮਰੇਡ ਤਾਂ ਜਨਮ ਤੋਂ ਹੀ ਬੌਧਿਕ ਸੌਕੜੇ ਦੇ ਮਾਰੇ ਹੋਏ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਰਥਿਕ ਤੱਥ ਮਨੁੱਖੀ ਜੀਵਨ ਨੂੰ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਢਾਂਚਿਆਂ ਨੂੰ ਨਿਸ਼ਚਿਤ ਤੌਰ ਤੇ ਪ੍ਰਭਾਵਿਤ ਕਰਦਾ ਹੈ। ਆਰਥਿਕ ਸਥਿਤੀਆਂ ਅੰਦਰ ਆਈਆਂ ਤਬਦੀਲੀਆਂ ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਤੋਂ ਇਲਾਵਾ ਸਮਾਜ ਦੇ ਸਮੁੱਚੇ ਸੱਭਿਆਚਾਰ ਨੂੰ ਗਹਿਰੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। ਪਰ ਇਹ ਕਹਿਣਾ ਕਿ ਕੇਵਲ ਆਰਥਿਕ ਤੱਥ ਹੀ ਇਤਿਹਾਸਕ ਵਿਕਾਸ ਦੇ ਸਮੁੱਚੇ ਅਮਲ ਨੂੰ ਨਿਰਧਾਰਿਤ ਕਰਦੇ ਹਨ, ਗੁੰਝਲਦਾਰ ਹਕੀਕਤ ਨੂੰ ਹੱਦੋਂ ਵੱਧ ਸਰਲ ਕਰਕੇ ਵੇਖਣਾ ਹੈ। ਆਰਥਿਕ ਤੱਥ ਜਾਂ ਹਾਲਤਾਂ ਮਨੁੱਖੀ ਸੱਭਿਅਤਾ ਉੱਤੇ ਨਿਸ਼ਚਿਤ ਰੂਪ ਵਿੱਚ ਪ੍ਰਭਾਵ ਪਾਉਂਦੀਆਂ ਹਨ, ਪਰ ਇਸ ਦੇ ਨਾਲ ਹੀ ਗੈਰ ਆਰਥਿਕ ਤੱਥਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਧਰਮ, ਨੈਤਿਕਤਾ, ਵਿਚਾਰ, ਮਨੁੱਖੀ ਚੇਤਨਾ, ਆਦਰਸ਼, ਵਲਵਲੇ ਆਦਿ ਤੱਥ ਵੀ ਇਤਿਹਾਸ ਦੇ ਵਿਕਾਸ ਤੇ ਵਹਿਣ ਉੱਤੇ ਤਾਕਤਵਰ ਅਸਰ ਪਾਉਂਦੇ ਹਨ। ਬਹੁਤ ਸਾਰੀਆਂ ਹਾਲਤਾਂ ਵਿੱਚ ਇਹ ਤੱਥ ਨਿਰਣਾਇਕ ਹੋ ਨਿਬੜਦੇ ਹਨ। ਕਮਿਊਨਿਸਟ ਲਹਿਰ ਅੰਦਰ ਨਿਰੋਲ ਭੌਤਿਕ ਆਰਥਿਕ ਤੱਥਾਂ ਨੂੰ ਮਹੱਤਵਪੂਰਨ ਕਾਰਨ ਸਮਝਣ ਅਤੇ ਗੈਰ ਭੌਤਿਕ ਤੱਥਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਕਰਨ ਦੀ ਰੁਚੀ, ਜਿਸ ਨੂੰ ਦਾਰਸ਼ਨਿਕ ਭਾਸ਼ਾ ਵਿੱਚ ਆਰਥਿਕ ਨਿਸ਼ਚਿਤਵਾਦ ਜਾਂ ਆਰਥਿਕ ਘਟਾਓਵਾਦ ਕਿਹਾ ਜਾਂਦਾ ਹੈ, ਡੂੰਘੀਆਂ ਜੜ੍ਹਾਂ ਫੜ ਗਈ ਹੈ। ਇਸ ਦੇ ਨਾਲ ਹੀ ਮਾਰਕਸਵਾਦੀ ਰਵਾਇਤ ਅੰਦਰ ਸਮਕਾਲੀ ਸਮਾਜੀ ਹਕੀਕਤ ਨੂੰ ਕੱਟੜ ਜਮਾਤੀ ਚੌਖਟੇ ਵਿੱਚ ਰੱਖ ਕੇ ਵੇਖਣ ਦੀ ਪ੍ਰਵਿਰਤੀ ਵੀ ਬਹੁਤ ਜ਼ੋਰਾਵਰ ਹੈ, ਜਿਸ ਦਾ ਭਾਵ ਇਹ ਹੈ ਕਿ ਕਿਸੇ ਸਮਾਜੀ ਬਣਤਰ ਅੰਦਰ ਜਮਾਤੀ ਅੰਗਾਂ ਤੋਂ ਬਿਨਾਂ ਗੈਰ ਜਮਾਤੀ ਅੰਗਾਂ ਜਿਵੇਂ ਧਾਰਮਿਕ ਭਾਈਚਾਰੇ, ਨਸਲੀ ਸੱਭਿਆਚਾਰਕ ਜਾਤੀਆਂ ਅਤੇ ਹਿੰਦੂ ਵਰਨ ਵੰਡ ਦੀ ਉਪਜ ਜਾਤਾਂ ਆਦਿ ਦੇ ਮਹੱਤਵ ਨੂੰ ਜਾਂ ਤਾਂ ਪੂਰੀ ਤਰ੍ਹਾਂ ਅਣਡਿੱਠ ਕੀਤਾ ਜਾਂਦਾ ਜਾਂ ਮੂਲੋਂ ਹੀ ਘਟਾ ਕੇ ਵੇਖਿਆ ਅੰਗਿਆ ਜਾਂਦਾ ਹੈ। ਕੌਮੀ ਜਦੋਜਹਿਦ ਤੇ ਜਮਾਤੀ ਸੰਘਰਸ਼ ਨੂੰ ਪਰਸਪਰ ਵਿਰੋਧੀ, ਇੱਕ ਦੂਜੇ ਨੂੰ ਖਾਰਜ ਕਰਨ ਵਾਲੇ ਪੱਖ ਸਮਝ ਲਿਆ ਜਾਂਦਾ ਹੈ। ਇਸ ਚੋਂ ਜਮਾਤੀ ਮਸਲਿਆਂ ਤੇ ਘੋਲਾਂ ਨੂੰ ਹਰ ਸਥਿਤੀ ਵਿੱਚ ਕੌਮੀ ਮੁੱਦਿਆਂ ਤੇ ਘੋਲਾਂ ਨਾਲੋਂ ਪ੍ਰਮੁੱਖਤਾ ਦੇਣ ਦੀ ਇਕਹਿਰੀ ਸੋਚ ਤੇ ਉਲਾਰ ਪ੍ਰਵਿਰਤੀ ਪੈਦਾ ਹੁੰਦੀ ਹੈ ਅਤੇ ਕਮਿਊਨਿਸਟਾਂ ਨੂੰ ਹਮੇਸ਼ਾ ਹਰ ਸਥਿਤੀ ਵਿੱਚ ਜਮਾਤੀ ਘੋਲਾਂ ਉੱਤੇ ਕੇਂਦਰਿਤ ਕਰਨ ਦੀ ਅਲਚਕ ਸੇਧ ਅਪਣਾਉਣ ਦੀ ਮੱਤ ਦਿੱਤੀ ਤੇ ਦ੍ਰਿੜਾਈ ਜਾਂਦੀ ਹੈ। ਨਕਸਲੀ ਧਾਰਾ ਦੇ ਸਿਰਮੌਰ ਕਵੀ ਕਹੇ ਜਾਂਦੇ ਪਾਸ਼ ਦੀ ਇੱਕ ਟਿੱਪਣੀ ਇਸ ਆਰਥਿਕ ਪ੍ਰਧਾਨੀ ਤੇ ਜਮਾਤੀ ਕੱਟੜਵਾਦੀ ਸੋਚ ਦੀ ਕੁੱਡਰ ਵੰਨਗੀ ਪੇਸ਼ ਕਰਦੀ ਹੈ। 70ਵਿਆਂ ਵਿੱਚ ਉਸਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਪੜਚੋਲ ਕਰਦੇ ਹੋਏ ਲਿਖਿਆ ਸੀ, 1947 ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਨੇ ਰਾਸ਼ਟਰਵਾਦ ਦਾ ਆਸਰਾ ਲੈ ਕੇ ਇਤਿਹਾਸਕ ਗਲਤੀ ਕੀਤੀ ਸੀ। ਜੇ ਉਦੋਂ CPI ਨੈਸ਼ਨਲਿਜ਼ਮ ਦੀ ਝੋਲੀ ਵਿੱਚ ਨਾ ਪੈਂਦੀ ਤਾਂ ਅੱਜ ਇੰਦਰਾ ਗਾਂਧੀ ਦੇਸ਼ ਦੀ ਹੁਕਮਰਾਨ ਨਾ ਹੁੰਦੀ। ਜੇ ਉਦੋਂ ਹੀ ਲੋਕਾਂ ਨੂੰ ਸਵਰਾਜ ਅਤੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਵਿਸ਼ੇ ਦੀ ਬਜਾਏ ਜਮਾਤੀ ਲੁੱਟ ਖਸੁੱਟ ਦੇ ਵਿਰੁੱਧ ਅਤੇ ਆਰਥਿਕ ਆਜ਼ਾਦੀ ਦੇ ਵਿਸ਼ੇ ਉੱਤੇ ਲੜਨ ਦੀ ਸਿਖਲਾਈ ਦਿੱਤੀ ਜਾਂਦੀ ਤਾਂ ਕਾਂਗਰਸ ਆਜ਼ਾਦੀ ਦੀ ਸਾਰੀ ਭੁੱਲ ਲੈ ਕੇ ਲੋਕਾਂ ਦੇ ਦਿਲਾਂ ਦੀ ਹਾਕਮ ਨਾ ਬਣਦੀ। ਉਦੋਂ CPI ਦੇ ਨੇਤਾ ਭੁੱਲ ਗਏ ਸਨ ਕਿ ਮਾਰਕਸਵਾਦ ਕੌਮੀ ਸੰਘਰਸ਼ ਨਹੀਂ ਸਗੋਂ ਜਮਾਤੀ ਸੰਘਰਸ਼ ਲੜਨਾ ਸਿਖਾਉਂਦਾ ਹੈ। CPI ਨੂੰ ਰਾਸ਼ਟਰਵਾਦ ਦੇ ਕੁਰਾਹੇ ਤੋਂ ਸੁਚੇਤ ਕਰਨ ਵਾਲਾ ਪਾਸ਼ ਇੱਕ ਦਹਾਕੇ ਬਾਅਦ ਜਾ ਕੇ ਨਾ ਸਿਰਫ ਆਪ ਸਗੋਂ ਉਸ ਦੀ ਸਮੁੱਚੀ ਇਨਕਲਾਬੀ ਧਿਰ ਕਿਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੀ ਝੋਲੀ ਵਿੱਚ ਜਾ ਪਈ ਸੀ, ਇਸ ਕਰੁਣਾਮਈ ਵਰਤਾਰੇ ਨੂੰ ਸਮਝਣ ਲਈ ਇਹ ਜਾਣਨਾ ਅਤਿਅੰਤ ਜ਼ਰੂਰੀ ਹੈ
कि उपरोक्त आर्थिक निश्चिततावादी ते जमाती कट्टड़वादी सिद्धांतक नज़रिए ने कम्यूनिस्टां दी सोचनी अंदर किहो जिहे स्थाई विगाड़ ते विकार पैदा कर दिते हन ਅਤੇ किस तरह कुछ बेहद अहम ते बुनियादी मसलियां बारे नुक्सदार धारनावां दी बदौलत समुची खब्बी धिर सिख संघर्ष के अन्ने विरोध विच तण गई ਅਤੇ सिख भाईचारे उत्ते वैशी जुल्म ढाउण विच भारती हाकमां दी हथ वटावी हो निबड़ी। भारती राज बारे मार्क्सवादी राजसी शास्त्र की यह केंद्री धारणा है कि किसी समाज अंदर राज ਵੱਖ-ਵੱਖ आर्थिक जमातां के संबंध विच निरपक्ष नहीं हुंदा। यह लाजमी तौर पर समाज अंदर भारू जमात जां जमातां के हितां की पूर्ति करता है। अजिहा दूसरियां जमातां की कीमत ते कीता जांदा है। इस तरह मार्क्सवादी राजसी शास्त्र राज नूं जमातां के संबंध विच पक्षपाती संस्था वजों वेखदा है। इस नूं जमाती लुट खसुट ते गलबे के संद वजों वेख्या जांदा है। पर सवाल खड़ा हुंदा है कि की समाज सिर्फ ਵੱਖ-ਵੱਖ समाजी आर्थिक वजूदां जमातां दा संग्रह ही हुंदा है कि इस विचों गैर जमाती अंगां जिवें धार्मिक समूह नस्ली सभ्याचारक जातियां ते जातां आदि नूं मनफी किया जा सकता है। अते जेकर राज आर्थिक जमातां दे संबंध विच निरपक्ष नहीं हो सकता तां की किसी बहुवादी समाज अंदर यह वक्खो वक्खरे सभ्याचारां ते समूहां दे संबंध विच निरपक्ष हो सकता है। इस बारे मार्क्सी साहित्य अंदर कोई निश्चित जवाब नहीं है। राज बारे मार्क्सी सिद्धांत विच यह ब्लैक बॉक्स है। बिना शक जिवें राज ਵੱਖ-ਵੱਖ जमातां दे संबंध विच निरपक्ष नहीं हुंदा उवें ही यह बहुत सभ्याचारक समाजां अंदर सभ्याचारक दृष्टि तो निरपक्ष नहीं हुंदा। आम नियम के तौर पर ही यह भारू वर्ग के सभ्याचार का पक्ष पूरदा है। यह राजसी नीतियां ते अमलों के जरिए घट गिणती सभ्याचारां नाल वितकरा ते बेइंसाफी करता है। इस दियां नीतियां इकसारता नूं उत्साहित करदियां ते बल बख्शदियां हन। नेशन स्टेट वल्लों सभ्याचारक एकरूपता हासिल करन दा राजसी सभ्याचारक एजेंडा तय किया जाता है ते इस नूं अमल विच साकार करन लई ढुकवीआं सभ्याचारक नीतियां घड़ियां ते लागू कीतियां जांदियां हन। सभ्याचारक एकरूपता का अमली अर्थ घट गिणती सभ्याचारां का खात्मा करना, उन्होंने भारू वर्ग के सभ्याचार विच जज्ब करना है। लिबरल ते खब्बे पक्षी विचारधारावां आम असूल के पद्धर ते छोटे वजूदां दे वड्डे वजूदां विच रलेवें दियां हामी हन। इस करके इन्हां विचारधारावां दे पैरोकारां नूं स्टेट दे सभ्याचारक एकरूपता हासिल करन दे एजेंडे विच कोई दोष नज़र नहीं आउंदा। ਉਹ ਇਸ ਨੂੰ ਪ੍ਰਸ਼ੰਸਾ ਦੀ ਨਜ਼ਰ ਨਾਲ ਵੇਖਦੇ ਹਨ। ਉਹ ਸਟੇਟ ਦੇ ਸੱਭਿਆਚਾਰਕ ਸੁਹਾਗਾ ਮਾਰਨ ਦੇ ਮਿਸ਼ਨ ਨੂੰ ਕਲਿਆਣਕਾਰੀ ਮੰਨ ਕੇ ਇਸ ਦੀ ਪਰਜੋਸ਼ ਹਮਾਇਤ ਤੇ ਪ੍ਰੋੜਤਾ ਕਰਦੇ ਹਨ। ਇਸ ਤਰੀਕੇ ਨਾਲ ਉਹ ਨੇਸ਼ਨ ਸਟੇਟ ਦੇ ਘੱਟ ਗਿਣਤੀ ਭਾਈਚਾਰਿਆਂ ਦੀ ਸੱਭਿਆਚਾਰਕ ਹੋਂਦ ਤੇ ਹਸਤੀ ਖਤਮ ਕਰਨ ਦੇ ਨਸਲਕੁਸ਼ੀ ਦੇ ਪ੍ਰੋਜੈਕਟ ਵਿੱਚ ਭਾਗੀਦਾਰ ਹੋ ਨਿਬੜਦੇ ਹਨ। ਖੱਬੇ ਪੱਖੀ ਇਸ ਸਿਧਾਂਤਕ ਸੱਚਾਈ ਨੂੰ ਮੰਨਣ ਤੋਂ ਇਨਕਾਰੀ ਹਨ ਕਿ ਰਾਜ ਜਿਵੇਂ ਭਾਰੂ ਜਮਾਤ ਜਾਂ ਜਮਾਤਾਂ ਵੱਲੋਂ ਅਧੀਨ ਜਮਾਤਾਂ ਨੂੰ ਦਬਾ ਕੇ ਰੱਖਣ ਲਈ ਜਮਾਤੀ ਗਲਬੇ ਤੇ ਜ਼ਬਰ ਦਾ ਸੰਦ ਹੁੰਦਾ ਹੈ, ਠੀਕ ਉਵੇਂ ਹੀ ਇਹ ਘੱਟ ਗਿਣਤੀ ਸੱਭਿਆਚਾਰਾਂ ਉੱਤੇ ਬਹੁ ਗਿਣਤੀ ਦੇ ਸੱਭਿਆਚਾਰ ਦਾ ਗਲਬਾ ਪਾਉਣ ਅਤੇ ਘੱਟ ਗਿਣਤੀ ਸੱਭਿਆਚਾਰਾਂ ਨੂੰ ਦਬਾਉਣ ਤੇ ਹਾਸ਼ੀਆ ਗ੍ਰਸਤ ਕਰਨ ਦਾ ਸੰਦ ਬਣਦਾ ਹੈ। ਰਾਜ ਦੇ ਇਸ ਦਮਨਕਾਰੀ ਰਵੱਈਏ ਵਿਰੁੱਧ ਘੱਟ ਗਿਣਤੀ ਵਰਗਾਂ ਅੰਦਰ ਰੋਸ ਪੈਦਾ ਹੋਣਾ ਸੁਭਾਵਿਕ ਤੇ ਹੱਕ ਬਜਾਨਬ ਹੈ। ਨਤੀਜੇ ਵਜੋਂ ਘੱਟ ਗਿਣਤੀ ਭਾਈਚਾਰੇ ਰਾਜ ਵਿਰੁੱਧ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋ ਜਾਂਦੇ ਹਨ। ਆਧੁਨਿਕ ਰਾਜ ਆਪਣੇ ਬੁਨਿਆਦੀ ਖਾਸੇ ਮੁਤਾਬਕ ਘੱਟ ਗਿਣਤੀ ਵਰਗਾਂ ਦੇ ਹੱਕੀ ਰੋਸ ਨੂੰ ਹਕੂਮਤੀ ਤਾਕਤ ਤੇ ਜ਼ਬਰ ਨਾਲ ਕੁਚਲਣ ਦਾ ਵੈਸ਼ੀ ਰੁਖ ਅਖਤਿਆਰ ਕਰਦਾ ਹੈ। ਅਜਿਹੇ ਮੌਕੇ ਜਮਹੂਰੀ ਕਸੌਟੀ ਮੁਤਾਬਕ ਇਹਨਾਂ ਮਜ਼ਲੂਮ ਵਰਗਾਂ ਦੇ ਰਾਜ ਵਿਰੋਧੀ ਸੰਘਰਸ਼ਾਂ ਦੀ ਦ੍ਰਿੜ ਹਮਾਇਤ ਕਰਨੀ ਜ਼ਰੂਰੀ ਬਣ ਜਾਂਦੀ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਸ਼ਿਵ ਵਿਸ਼ਵਨਾਥਨ ਆਧੁਨਿਕ ਰਾਜ ਅੰਦਰ ਹਿੰਸਾ ਦੇ ਵਰਤਾਰੇ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਠੀਕ ਸੰਦਰਭ ਵਿੱਚ ਰੱਖ ਕੇ ਵੇਖਣ ਲਈ ਯੋਗ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਉਸ ਦਾ ਮਤ ਹੈ ਕਿ ਆਧੁਨਿਕ ਸਟੇਟ ਨੂੰ ਬਲਸ਼ਾਲੀ ਹੋਣ ਲਈ ਤਰੇੜ ਰਹਿਤ ਰਾਸ਼ਟਰੀ ਸੱਭਿਆਚਾਰ ਦੀ ਢੋਈ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਰਾਸ਼ਟਰੀ ਸੱਭਿਆਚਾਰ ਦੀ ਸਿਰਜਣਾ ਲਈ ਵਿਲੱਖਣਤਾਵਾਂ ਨੂੰ ਖਤਮ ਕਰਨਾ ਸਟੇਟ ਦੀ ਅਤ ਜ਼ਰੂਰੀ ਲੋੜ ਬਣ ਜਾਂਦੀ ਹੈ, ਜਿਸ ਵਿੱਚੋਂ ਹਿੰਸਾ ਦੇ ਵੱਖ-ਵੱਖ ਰੂਪ ਜਨਮ ਲੈਂਦੇ ਹਨ ਅਤੇ ਧਾਰਮਿਕ ਸਮੂਹਾਂ ਅੰਦਰ ਬੇਗਾਨਗੀ ਦੀਆਂ ਭਾਵਨਾਵਾਂ ਜ਼ੋਰ ਫੜਦੀਆਂ ਹਨ।
ਲਿਬਰਲ ਤੇ ਖੱਬੇ ਪੱਖੀ ਨਜ਼ਰੀਏ ਦਾ ਮੂਲ ਔਗਣ ਇਹ ਹੈ ਕਿ ਸੱਭਿਆਚਾਰਕ ਵਿਤਕਰੇ ਨੂੰ ਨੇਸ਼ਨ ਸਟੇਟ ਦੀਆਂ ਨੀਤੀਆਂ ਨਾਲ ਜੋੜ ਕੇ ਨਹੀਂ ਵੇਖਿਆ ਜਾਂਦਾ। ਸੱਭਿਆਚਾਰਕ ਬਹੁਸੰਮਤੀਵਾਦ ਨੂੰ ਸਟੇਟ ਨਾਲੋਂ ਵੱਖਰਾ ਕਰਕੇ ਵਿਸ਼ੇਸ਼ ਸਮਾਜਿਕ ਗਰੁੱਪ ਜਾਂ ਗਰੁੱਪਾਂ ਨਾਲ ਜੋੜਿਆ ਜਾਂਦਾ ਹੈ। ਇਹ ਸੱਚਾਈ ਕਬੂਲ ਨਹੀਂ ਕੀਤੀ ਜਾਂਦੀ ਕਿ ਜਮਾਤੀ ਲੁੱਟ-ਖਸੁੱਟ, ਜਬਰ ਤੇ ਗਲਬੇ ਵਾਂਗੂ ਹੀ ਬਹੁਤ ਸੱਭਿਆਚਾਰੀ ਸਮਾਜਾਂ ਅੰਦਰ ਸੱਭਿਆਚਾਰਕ ਵਿਤਕਰਾ ਢਾਂਚਾਗਤ ਹੁੰਦਾ ਹੈ। ਸਟੇਟ ਦੀਆਂ ਨੀਤੀਆਂ ਸੱਭਿਆਚਾਰਕ ਭੇਦਭਾਵ ਦੇ ਢਾਂਚਿਆਂ ਦੀ ਪਰਵਰਿਸ਼ ਕਰਦੀਆਂ ਹਨ। ਇਸ ਤਰ੍ਹਾਂ ਨੇਸ਼ਨ ਸਟੇਟ ਸੱਭਿਆਚਾਰਕ ਵਿਤਕਰੇ ਦੀ ਮੂਲ ਜਗ੍ਹਾ ਹੈ। ਖੱਬੇ ਪੱਖੀ ਤਾਕਤਾਂ ਆਪਣੇ ਉੱਪਰ ਬਿਆਨੇ ਦੋਸ਼ਪੂਰਨ ਸਿਧਾਂਤਕ ਨਜ਼ਰੀਏ ਦੀ ਵਜ੍ਹਾ ਕਰਕੇ ਭਾਰਤੀ ਰਾਜ ਦੇ ਖਾਸੇ ਤੇ ਰੋਲ ਨੂੰ ਹਕੀਕੀ ਅਰਥਾਂ ਵਿੱਚ ਸਮਝਣ ਤੋਂ ਆਰੀ ਤੇ ਇਨਕਾਰੀ ਰਹੀਆਂ। ਉਹਨਾਂ ਨੇ ਭਾਰਤੀ ਰਾਜ ਦੇ ਨਿਰੋਲ ਜਮਾਤੀ ਪੱਖ ਨੂੰ ਹੀ ਸਾਹਮਣੇ ਰੱਖਿਆ। ਇਸ ਦੇ ਗੈਰ ਆਰਥਿਕ ਜਮਾਤੀ ਲੱਛਣਾਂ ਅਰਥਾਤ ਭਾਰਤੀ ਰਾਜ ਦੇ ਵਜੂਦ ਸਮੋਏ ਧਾਰਮਿਕ, ਨਸਲੀ ਤੇ ਜਾਤ-ਪਾਤੀ ਉਲਾਰ ਉਪਭਾਵਾਂ ਤੇ ਪ੍ਰਤਿਭਾਵਾਂ ਨੂੰ ਲਗਾਤਾਰ ਅੱਖੋਂ ਪਰੋਖੇ ਕਰੀ ਰੱਖਿਆ। ਉਹਨਾਂ ਵਾਸਤਵ ਰੂਪ ਵਿੱਚ ਭਾਰਤੀ ਰਾਜ ਨੂੰ ਧਾਰਮਿਕ ਤੇ ਨਸਲੀ ਪੱਖ ਤੋਂ ਨਿਰਪੱਖ ਸੰਸਥਾ ਤਸੱਵਰ ਕੀਤਾ। ਅਜਿਹੀ ਸੱਭਿਆਚਾਰਕ ਦ੍ਰਿਸ਼ਟੀ ਵਿਹੂਣੀ ਪਹੁੰਚ ਅਪਣਾਉਣ ਕਰਕੇ ਉਹਨਾਂ ਨੇ ਭਾਰਤੀ ਰਾਜ ਦੇ ਗੈਰ ਹਿੰਦੂ ਧਾਰਮਿਕ ਤੇ ਨਸਲੀ ਸੱਭਿਆਚਾਰਕ ਭਾਈਚਾਰਿਆਂ ਪ੍ਰਤੀ ਪੱਖਪਾਤੀ, ਜਾਬਰ ਤੇ ਨਿਹੱਕੇ ਵਤੀਰੇ ਨੂੰ ਪਛਾਣਨ ਤੇ ਪ੍ਰਵਾਨਣ ਤੋਂ ਨਿਰੰਤਰ ਇਨਕਾਰ ਕੀਤਾ। ਉਹ ਡਾਕਟਰ ਭੀਮ ਰਾਓ ਅੰਬੇਦਕਰ ਦੇ ਇਸ ਅਹਿਮ ਨਿਰਣੇ ਨੂੰ ਮੰਨਣ ਤੋਂ ਕੱਟੜਤਾ ਨਾਲ ਮੁਨਕਰ ਹੁੰਦੇ ਰਹੇ ਕਿ ਭਾਰਤ ਅੰਦਰ ਰਾਜਸੀ ਬਹੁਗਿਣਤੀ ਦਾ ਨਹੀਂ, ਸੱਭਿਆਚਾਰਕ ਨਸਲੀ ਬਹੁਗਿਣਤੀ ਦਾ ਰਾਜ ਹੈ। ਭਾਰਤੀ ਜਮਹੂਰੀਅਤ ਦੇ ਇਸ ਛਲੀਆ ਚਰਿੱਤਰ ਨੂੰ ਨਾ ਸਮਝ ਸਕਣਾ ਖੱਬੇ ਪੱਖੀ ਤਾਕਤਾਂ ਦੀ ਵੱਡੀ ਸਿਧਾਂਤਕ ਅਯੋਗਤਾ ਸਾਬਤ ਹੋਈ ਹੈ। ਸੱਭਿਆਚਾਰਕ ਬਹੁਸੰਮਤੀਵਾਦ ਨੂੰ ਸਟੇਟ ਦੇ ਰਿਸ਼ਤੇ ਵਿੱਚ ਰੱਖ ਕੇ ਨਾ ਵੇਖਣ ਦੇ ਸਿੱਟੇ ਵਜੋਂ ਖੱਬੇ ਪੱਖੀ ਵਿਦਵਾਨ ਹਿੰਦੂਤਵ ਦੇ ਵਰਤਾਰੇ ਦਾ ਸਹੀ ਵਿਸ਼ਲੇਸ਼ਣ ਕਰਨ ਵਿੱਚ ਅਸਫਲ ਰਹੇ ਹਨ। ਉਹਨਾਂ ਨੇ ਮੁੱਢ ਤੋਂ ਹੀ ਹਿੰਦੂਤਵ ਨੂੰ ਭਾਰਤੀ ਰਾਸ਼ਟਰਵਾਦ ਨਾਲੋਂ ਤੇ ਇਸ ਦੇ ਫਲਸਰੂਪ ਭਾਰਤੀ ਸਟੇਟ ਨਾਲੋਂ ਨਿਖੇੜ ਕੇ ਵੇਖਣ ਦੀ ਸਿਧਾਂਤਕ ਕੁਤਾਹੀ ਕੀਤੀ। ਉਹ ਦੋਵਾਂ ਵਿਚਕਾਰ ਤਨੀ ਰਿਸ਼ਤੇ ਦੀ ਹਕੀਕਤ ਨੂੰ ਸਮਝਣ ਤੋਂ ਅਸਮਰੱਥ ਤੇ ਨਾਬਰ ਰਹੇ। ਉਹਨਾਂ ਨੇ ਕਾਂਗਰਸ ਪਾਰਟੀ ਅਤੇ ਹਿੰਦੂਤਵੀ ਰਾਜਸੀ ਦਲਾਂ, ਪਹਿਲਾਂ ਜਨਸੰਘ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਸਲੋਂ ਹੀ ਅਲੱਗ-ਅਲੱਗ ਕਰਕੇ ਵੇਖਿਆ ਤੇ ਦੋਵਾਂ ਵਿਚਕਾਰ ਅੰਤਰੀਵ ਸਾਂਝ ਦੇ ਤੱਥ ਨੂੰ ਪਛਾਣਨ ਵਿੱਚ ਨਾਕਾਮ ਰਹੇ। ਉਹਨਾਂ ਦੀਆਂ ਨਜ਼ਰਾਂ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਧਰਮ ਨਿਰਪੱਖ ਬਣੀ ਰਹੀ। ਇਸ ਦੇ ਨਰਮ ਜਾਂ ਗੁੱਝੇ ਹਿੰਦੂਤਵੀ ਤੱਤ ਨੂੰ ਸਮਝਣ ਤੋਂ ਅਸਮਰੱਥ ਰਹਿਣ ਕਰਕੇ ਖੱਬੇ ਪੱਖੀਆਂ ਨੇ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਸਥਾਪਿਤ ਹੋਏ ਭਾਰਤੀ ਰਾਜ ਦੇ ਹਿੰਦੂਤਵੀ ਚਰਿੱਤਰ ਨੂੰ ਸਮਝਣ ਵਿੱਚ ਲਗਾਤਾਰ ਉਕਾਈ ਕੀਤੀ। ਆਪਣੀ ਇਸ ਸਿਧਾਂਤਕ ਅਲਪ ਦ੍ਰਿਸ਼ਟੀ ਦੀ ਵਜ੍ਹਾ ਕਰਕੇ ਉਹ ਭਾਰਤ ਅੰਦਰ ਫਿਰਕਾ ਪ੍ਰਸਤੀ ਦੇ ਵਰਤਾਰੇ ਦਾ ਸਹੀ ਵਿਸ਼ਲੇਸ਼ਣ ਕਰਨ ਤੇ ਇਸ ਪ੍ਰਤੀ ਦਰੁਸਤ ਪਹੁੰਚ ਅਪਣਾਉਣ ਵਿੱਚ ਕਾਮਯਾਬ ਨਾ ਹੋ ਸਕੇ। ਉਹਨਾਂ ਨੇ ਆਪ ਮਤੇ ਢੰਗ ਨਾਲ ਫਿਰਕਾ ਪ੍ਰਸਤੀ ਦਾ ਇੱਕ ਜਨਰਲ ਮਾਪਦੰਡ ਤੈਅ ਕਰ ਲਿਆ ਤੇ ਇਸ ਆਧਾਰ ਤੇ ਹਰ ਵੰਨਗੀ ਦੀ ਫਿਰਕਾ ਪ੍ਰਸਤੀ ਦੇ ਇਕਸਾਰ ਵਿਰੋਧ ਦਾ ਸੱਚਾ ਸੁੱਚਾ ਨੈਤਿਕ ਅੰਦਾਜ਼ ਅਪਣਾ ਲਿਆ। ਭਾਰਤੀ ਰਾਜ ਦੇ ਹਿੰਦੂਤਵੀ ਝੁਕਾਵਾਂ ਨੂੰ ਨਾ ਪਛਾਣਨ ਕਰਕੇ ਉਹਨਾਂ ਨੇ ਬਹੁਗਿਣਤੀ ਵਰਗ ਦੀ ਹਿੰਦੂ ਫਿਰਕਾ ਪ੍ਰਸਤੀ ਦੇ ਖਤਰੇ ਨੂੰ ਹਮੇਸ਼ਾ ਹੀ ਘਟਾ ਕੇ ਅੰਗਿਆ। ਉਹਨਾਂ ਨੇ ਇਸ ਨੂੰ ਸੰਘ ਪਰਿਵਾਰ ਤੱਕ ਸੀਮਿਤ ਕਰਕੇ ਵੇਖਿਆ। ਸਿੱਟੇ ਵਜੋਂ ਉਹ ਅਮਲੀ ਰੂਪ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਕਥਿਤ ਫਿਰਕਾ ਪ੍ਰਸਤੀ ਨੂੰ ਧਰਮ ਨਿਰਪੱਖਤਾ ਲਈ ਵੱਡਾ ਖਤਰਾ ਮੰਨਦੇ ਰਹੇ ਅਤੇ ਉਹਨਾਂ ਦਾ ਵੱਧ ਜ਼ੋਰ ਇਸ ਨੂੰ ਭੰਡਣ ਉੱਤੇ ਲੱਗਾ ਰਿਹਾ। ਇਸ ਤਰ੍ਹਾਂ ਉਹਨਾਂ ਨੇ ਅਮਲੀ ਰੂਪ ਵਿੱਚ ਹਿੰਦੂ ਫਿਰਕਾ ਪ੍ਰਸਤੀ ਦਾ ਪੱਖ ਪੂਰਿਆ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਕਥਿਤ ਫਿਰਕਾ ਪ੍ਰਸਤੀ ਵਿਰੁੱਧ ਰਾਮ ਰੌਲਾ ਪਾ ਕੇ ਹਿੰਦੂ ਫਿਰਕਾ ਪ੍ਰਸਤੀ ਦੇ ਵਧਣ ਫੁੱਲਣ ਲਈ ਅਨੁਕੂਲ ਵਾਤਾਵਰਣ ਸਿਰਜਿਆ। ਸਮੁੱਚੀ ਚਰਚਾ ਦਾ ਨਿਚੋੜ ਇਹ ਹੈ ਕਿ ਆਪਣੇ ਸਿਧਾਂਤਕ ਦ੍ਰਿਸ਼ਟੀਕੋਣ ਦੇ ਉਕਤ ਦੋਸ਼ਾਂ ਦੀ ਵਜ੍ਹਾ ਕਰਕੇ ਖੱਬੇ ਪੱਖੀ ਸੱਭਿਆਚਾਰ ਦੀ ਤੇ ਸੱਭਿਆਚਾਰ ਨੂੰ ਬਚਾਉਣ ਦੀ ਰਾਜਨੀਤੀ ਪ੍ਰਤੀ ਸੰਵੇਦਨਸ਼ੀਲ ਨਹੀਂ ਹੋ ਸਕਦੇ। ਉਹਨਾਂ ਦੀ ਇਤਿਹਾਸ ਬਾਰੇ ਜੋ ਦ੍ਰਿਸ਼ਟੀ ਹੈ ਉਸ ਅੰਦਰ ਅਜਿਹੀ ਸੰਵੇਦਨਸ਼ੀਲਤਾ ਲਈ ਕੋਈ ਜਗ੍ਹਾ ਨਹੀਂ। ਪਛਾਣਾਂ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਦੀ ਰਾਜਨੀਤੀ ਉਹਨਾਂ ਲਈ ਬੁਰਾਈ ਤੇ ਬੱਜਰ ਕੁਰਹਿਤ ਦਾ ਦਰਜਾ ਰੱਖਦੀ ਹੈ, ਜਿਸ ਕਰਕੇ ਉਹਨਾਂ ਨੇ ਸਿੱਖ ਕੌਮ ਦੇ ਹਕੀਕੀ ਸਰੋਕਾਰਾਂ, ਅਹਿਸਾਸਾਂ, ਮੰਗਾਂ ਤੇ ਮਸਲਿਆਂ ਪ੍ਰਤੀ ਅੜਬ, ਅਸੰਵੇਦਨਸ਼ੀਲ ਤੇ ਵਿਰੋਧ ਭਾਵੀ ਵਤੀਰਾ ਅਪਣਾਈ ਰੱਖਿਆ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 138 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।